ਸਤਿਨਾਮ ਵਾਹਿਗੁਰੂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਇ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਪਹਿਲਾ, ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਭਗਤ ਪ੍ਰੇਮ ਆਰਾਧਤੰ, ਸਚ ਪਿਆਸ ਪਰਮ ਹਿਤੰ। ਬਿਲਲਾਪ ਬਿਲਲ ਬਿਨੰਤੀਆ, ਸੁਖ ਭਾਈ ਚਿਤ ਹਿਤੰ। ਜਪ ਮਨ ਨਾਮ ਹਰਿ ਸ਼ਰਣੀ, ਸੰਸਾਰ ਸਾਗਰ ਤਾਰ ਤਾਰਨ। ਰਮ ਨਾਮ ਕਰ ਕਰਣੀ ਰਹਾਉ। ਏ ਮਨ ਮਿਰਤ ਸੁਭ ਚਿੰਤਨ, ਗੁਰ ਸ਼ਬਦ ਹਰਿ ਰਮਣ। ਮਤ ਤਤ ਗਿਆਨੰ ਕਲਿਆਣ ਨਿਧਾਨੰ, ਹਰਿ ਨਾਮ ਮਨ ਰਮਣ। ਚਲ ਚਿਤ ਵਿਤ ਭਰਮ ਨਾ ਭਰਮੰ, ਜਗ ਮੋਹ ਮਗਨ ਹਿਤੰ। ਥਿਰ ਨਾਮ ਭਗਤ ਦ੍ਰਿੜ੍ਹ ਮਤੀ, ਗੁਰ ਵਾਕ ਸ਼ਬਦ ਰਤੰ। ਪਰਮਾਤ ਭਰਮ ਨ ਚੂਕਈ, ਜਗ ਜਨਮ ਬਿਆਦ ਖਪੰ। ਅਸਥਾਨ ਹਰਿ ਨਿਹ ਕੇਵਲੰ, ਸਤ ਮਤੀ ਨਾਮ ਤਪੰ। ਇਹੋ ਜਗ ਮੋਹ ਹੇਤ ਬਿਆਪਤੰ, ਦੁਖ ਅਦਕ ਜਨਮ ਮਰਨ। ਭਜ ਸ਼ਰਨ ਸਤਿਗੁਰ ਉਬਰਹਿ, ਹਰਿ ਨਾਮ ਰਿਦ ਰਮਣ। ਗੁਰਮਤਿ ਨਿਹਚਲ ਮਨ ਮਨ ਮਨਨ, ਸਹਿਜ ਵਿਚਾਰੰ। ਸੋ ਮਨ ਨਿਰਮਲ ਜਿਤ ਸਾਚ, ਅੰਤਰ ਗਿਆਨ ਰਤਨ ਸਾਰੰ। ਭੈ ਭਾਏ ਭਗਤ ਤਰ ਭਵਜਲ, ਮਨਾ ਚਿਤ ਲਾਏ ਹਰਿ ਚਰਣੀ। ਹਰਿ ਨਾਮ ਹਿਰਦੈ ਪਵਿੱਤਰ ਪਾਵਨ,
ਇਹ ਸਰੀਰ ਤਉ ਸ਼ਰਣੀ। ਲਬ ਲੋਭ ਲਹਿਰ ਨਿਵਾਰਣੰ ਹਰ ਨਾਮ ਰਾਸ ਮਨਨ। ਮਨ ਮਾਰ ਤੁਹੀ ਨਿਰੰਜਨਾ ਕਹੋ ਨਾਨਕਾ ਸ਼ਰਨਨ। ਲਬ ਲੋਭ ਲਹਿਰ ਨਿਵਾਰਣੰ ਹਰ ਨਾਮ ਰਾਸ ਮਨਨ। ਮਨ ਮਾਰ ਤੁਹੀ ਨਿਰੰਜਨਾ ਕਹੋ ਨਾਨਕ ਸ਼ਰਨਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀ ਸਨਮਾਨ ਸਤਿਕਾਰਯੋਗ ਗੁਰਬਾਣੀ ਗੁਰਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪ੍ਰਭਾਤ ਵੇਲੇ ਤੋਂ ਜੁੜ ਬੈਠ ਕੇ ਗੁਰਬਾਣੀ ਦਾ ਲਾਹਾ, ਗੁਰਬਾਣੀ ਦਾ ਆਨੰਦ ਆਪ ਸੰਗਤਾਂ ਗੁਰੂ ਦੇ ਨਾਲ ਚਿੱਤ ਜੋੜ ਕੇ ਪ੍ਰਾਪਤ ਕਰ ਰਹੇ ਸੀ। ਗੁਰੂ ਘਰ ਦੇ ਕੀਰਤਨੀ ਆਸਾ ਦੀ ਵਾਰ ਦਾ ਕੀਰਤਨ ਰੋਜ਼ਾਨਾ ਦੀ ਤਰ੍ਹਾਂ ਆਪ ਜੀ ਨੂੰ ਸਰਵਣ ਕਰਾ ਕੇ ਗਏ ਹਨ। ਸਤਿਗੁਰਾਂ ਦੇ ਪ੍ਰਕਾਸ਼ ਵੇਲੇ, ਅੰਮ੍ਰਿਤ ਵੇਲੇ ਜੋ ਸਾਹਿਬਾਂ ਨੇ ਅੱਜ ਹੁਕਮ ਬਖਸ਼ਿਸ਼ ਕੀਤਾ ਹੈ, ਉਹਦਾ ਪਾਠ ਜੋ ਪਠੰਤਰ ਹੈ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ। ਇਸੇ ਹੀ ਪਾਵਨ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ, ਮਿਹਰ ਕਰਕੇ ਆਪ ਹੀ ਕਰਵਾ ਲੈਣ। ਸੋ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰ ਰਸਨਾ ਪਵਿੱਤਰ ਕਰਦੇ ਹੋਏ ਸਾਰੀ ਆਖੋ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਰਾਗ ਗੁਜ਼ਰੀਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ। ਘਰ ਚੌਥੇ ਵਿੱਚ ਗਾਉਣ ਦੀ ਇਹਦੀ ਹਦਾਇਤ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਰਸ ਵਿਆਪਕ ਹੈ ਤੇ ਉਸ ਨੂੰ ਸਤਿਗੁਰ ਦੇ ਪ੍ਰਸਾਦ ਰਾਹੀਂ, ਸਤਿਗੁਰ ਦੀ ਕਿਰਪਾ ਰਾਹੀਂ, ਉਪਦੇਸ਼ ਰਾਹੀਂ ਮਿਲਿਆ ਜਾ ਸਕਦਾ ਹੈ। ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 505 ਅਤੇ 506 ਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਵਿਚਾਰ ਹੈ, ਕੇਂਦਰੀ ਤੁਰਾ ਰਹਾਓ ਦੀ ਪੰਕਤੀ ਹੈ। ਸਾਹਿਬ ਮਹਾਰਾਜ ਕਹਿੰਦੇ ਜਪ ਮਨ ਨਾਮ ਹਰ ਸ਼ਰਣੀ, ਸੰਸਾਰ ਸਾਗਰ ਤਾਰ ਤਾਰਨ, ਰਾਮ ਨਾਮ ਕਰ ਕਰਣੀ। ਗੁਰੂ ਮਹਾਰਾਜ ਆਪਣੇ ਆਪ ਨੂੰ ਮੁਖਾਲਫਿਤ ਹੋ ਕੇ, ਮਨ ਨੂੰ ਮੁਖਾਲਫਿਤ ਹੋ ਕੇ ਸੈਲਫ ਡਿਸਕਸ਼ਨ ਆਪਣੇ ਆਪੇ ਨਾਲ, ਮਨ ਦੇ ਨਾਲ ਜਪ ਮਨ ਨਾਮ ਹਰ ਸ਼ਰਣੀ। ਪਾਵਨ ਸ਼ਬਦ ਜਿਹੜਾ ਹੈ ਤਕਰੀਬਨ 8 ਪਦਿਆਂ ਦਾ ਹੈ ਤੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੀ ਜਿਹੜੀ ਵੋਕੈਬਲਰੀ ਹੈ, ਜੋ ਭਾਸ਼ਾ ਰੂਪ ਹੈ, ਇਹਦੇ ਵਿੱਚ ਸੰਸਕ੍ਰਿਤ ਦੀ ਰੰਗਤ ਹੈ। ਉਹ ਸ਼ਬਦ ਦੀ ਜਦੋਂ ਅਸੀਂ ਪਾਠ ਦੇ ਰੂਪ ਵਿੱਚ ਪੜ੍ਹਦੇ ਹਾਂ, ਹਿਤੰ ਚਿਤੰ, ਇਹ ਜਿਹੜੇ ਸ਼ਬਦ ਨੇ, ਤਪੰ, ਜਿਨ੍ਹਾਂ ਤੇ ਆਮ ਕਰਕੇ ਟਿੱਪੀ ਲਾਈ ਜਾਂਦੀ ਹੈ, ਇਹ ਸੰਸਕ੍ਰਿਤ ਦੇ ਇਤਿਹਾਸ ਦੇ ਵਿੱਚੋਂ ਆਉਂਦੇ ਨੇ।
ਸੰਸਕ੍ਰਿਤ ਦੀ ਰੰਗਤ ਹੈ। ਤਾਂ ਗੁਰੂ ਬਾਬਾ ਜੀ ਇਸ ਪਾਵਨ ਸ਼ਬਦ ਦੇ ਵਿੱਚ ਕਹਿੰਦੇ ਮਨ ਉਸ ਵਾਹਿਗੁਰੂ ਨੂੰ ਜਪ, ਉਹਦੀ ਸ਼ਰਨ ਵਿੱਚ ਪੈ ਕੇ ਜਪ ਮਨ ਹਰ ਸ਼ਰਣੀ, ਉਹਦੀ ਸ਼ਰਨ ਵਿੱਚ ਰਿਹਾ ਉਹਨੂੰ ਜਪਣਾ। ਕਿਉਂ ਜਪਣਾ ਹੈ? ਕਹਿੰਦੀ ਸੰਸਾਰ ਸਾਗਰ, ਇਹ ਸੰਸਾਰ ਸਾਗਰ ਹੈ। ਤੁਸੀਂ ਦੇਖੋ ਇਸ ਸੰਸਾਰ ਨੂੰ ਵੀ ਸਾਗਰ ਕਿਹਾ ਹੈ, ਪਾਣੀ ਦਾ ਵੀ ਸਾਗਰ ਹੈ, ਗੁਰਬਾਣੀ ਨੂੰ ਵੀ ਸਾਗਰ ਕਿਹਾ ਹੈ, ਮਨਾਂ ਨੂੰ ਵੀ ਸਾਗਰ ਕਿਹਾ ਹੈ। ਗੁਰੂ ਬਾਬਾ ਜੀ ਕਹਿੰਦੇ ਸਾਗਰ ਜਾਂ ਸਮੁੰਦਰ ਇਹ ਕੋਈ ਅੱਖਰ ਵੱਖਰੇ ਵੱਖਰੇ ਅਰਥ ਕੋਈ ਹੈ। ਸਾਗਰ ਹੈ, ਅਸੀਂ ਕਹਿੰਦੇ ਹਾਂ ਗੁਰਬਾਣੀ ਤਾਂ ਜੀ ਸਮੁੰਦਰ ਹੈ। ਤੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵੀ ਬਹੁਤ ਕੁਝ ਹੈ, ਇਹਦਾ ਵੀ ਭੇਦ ਕੋਈ ਨਹੀਂ। ਜਿਸ ਤਰ੍ਹਾਂ ਸਮੁੰਦਰ ਦਾ ਭੇਦ ਕੋਈ ਨਹੀਂ, ਸੰਸਾਰ ਦਾ ਵੀ ਭੇਦ ਕੋਈ ਨਹੀਂ। ਬੰਦੇ ਦੇ ਕਹਿੰਦੇ ਨੇ ਹੁੰਦੇ ਵੀ ਜਿਹੜੇ ਦਿਲ ਦਰਿਆਵੋਂ ਡੂੰਘੇ, ਇਹ ਵੀ ਇਹਨੂੰ ਵੀ ਸਮੁੰਦਰ ਦਾ ਜਿਹੜਾ ਹੈ ਤੁਲਨਾਇਆ ਗਿਆ ਹੈ। ਤੇ ਗੁਰਬਾਣੀ ਵੀ ਸਾਗਰ ਹੈ, ਇਹਦਾ ਵੀ ਭੇਦ ਕੋਈ ਨਹੀਂ। ਪਰਮਾਤਮਾ ਨੂੰ ਸਾਗਰ ਕਿਹਾ ਗਿਆ, ਉਹਦਾ ਵੀ ਭੇਦ ਕੋਈ ਨਹੀਂ। ਕਾਰਨ ਕੀ ਹੈ? ਕਿਉਂਕਿ ਜਿਹੜੀਆਂ ਕੁਆਲਿਟੀਜ਼ ਜਾਂ ਜਿਹੜੇ ਸੁਭਾਅ ਇੱਕ ਪਾਣੀ ਵਾਲੇ ਸਮੁੰਦਰ ਦੇ ਨੇ, ਉਹ ਸਾਰਿਆਂ ਨਾਲ ਜੁੜਦੇ ਨੇ ਜਿੱਥੇ ਸਾਗਰ ਜੁੜਦਾ। ਅਸੀਂ ਜਿਵੇਂ ਖਾਲਸੇ ਦੇ ਬੋਲ ਬਾਲਿਆਂ 'ਚ ਵੀ ਪੜ੍ਹਦੇ ਹਾਂ ਬਈ ਦੁੱਧ ਨੂੰ ਵੀ ਸਮੁੰਦਰ ਕਹਿ ਦਿੰਦੇ ਨੇ। ਕਿਉਂ ਹੈ? ਉਹਦੇ 'ਚ ਕੁਝ ਹੈ, ਰਤਨ ਹੈ ਕੁਝ। ਸਮੁੰਦਰ ਦੇ ਵਿੱਚ ਵੀ ਰਤਨ ਹੈ। ਰੱਬ ਜੀ ਨੂੰ ਵੀ ਕਿਹਾ, ਰੱਬ ਦਾ ਵੀ ਭੇਦ ਕੋਈ ਨਹੀਂ। ਗੁਰਬਾਣੀ ਵਿੱਚ ਵੀ ਅਨੰਤਾ ਰਤਨ ਨੇ ਤੇ ਇਹਦਾ ਵੀ ਕੋਈ ਅੰਤ ਨਹੀਂ। ਕਈ ਰੂਪ ਦੇ ਵਿੱਚ ਆਉਂਦੇ ਨੇ। ਤਾਂ ਬੇਨਤੀ ਇਹ ਹੈ, ਸੰਸਾਰ ਸਾਗਰ, ਤਾਰ, ਤਾਰ ਕਹਿੰਦੇ ਨੇ ਜਹਾਜ਼ ਨੂੰ, ਤਾਰਨ। ਇਹ ਜਿਹੜਾ ਸੰਸਾਰ ਹੈ ਸਾਗਰ ਹੈ। ਜਿਵੇਂ ਪਾਣੀ ਦੇ ਸਮੁੰਦਰ ਤੋਂ ਤਰਨਾ ਹੋਵੇ, ਸਾਨੂੰ ਇੱਕ ਜਹਾਜ਼ ਚਾਹੀਦਾ ਹੈ। ਉਹਦੇ ਉੱਤੋਂ ਤਰਨ ਦੇ ਲਈ ਸਾਨੂੰ ਜਹਾਜ਼ ਚਾਹੀਦਾ ਹੈ, ਤਾਂ ਅਸੀਂ ਪਾਣੀ ਤੋਂ ਪਾਰ ਹੋ ਸਕਦੇ ਹਾਂ। ਇਸੇ ਤਰ੍ਹਾਂ ਸੰਸਾਰ ਜਿਹੜਾ ਇਹ ਵੀ ਸਮੁੰਦਰ ਹੈ। ਭਗਤ ਨਾਮਦੇਵ ਜੀ ਨੇ ਬੜਾ ਸੋਹਣਾ ਲਿਖਿਆ ਸੀ, ਕਈ ਵਾਰੀ ਗਾਉਂਦੇ ਪੜ੍ਹਦੇ ਵੀ ਹਾਂ। ਉਹ ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਭਗਤ ਨਾਮਦੇਵ ਸਾਹਿਬ ਜੀ ਕਹਿੰਦੇ, ਹੇ ਵਾਹਿਗੁਰੂ ਜੀ, ਇਹ ਸੰਸਾਰ ਸਮੁੰਦਰ ਹੈ ਤੇ ਇਹਦੇ ਵਿੱਚੋਂ ਤੂੰ ਮੈਨੂੰ ਤਾਰ। ਗੁਰਤਾਰ ਤਾਰਨ ਹਾਰਿਆ, ਤੂੰ ਸਮਰੱਥ ਹੈ ਇਸ ਤੋਂ ਤਾਰਨ ਵਾਸਤੇ। ਕਿਉਂ ਹੈ ਸਮੁੰਦਰ? ਇਹਦੇ ਵਿੱਚ ਕੀ ਹੈ? ਸੰਸਾਰ ਦੇ ਵਿੱਚ ਕੀ ਕਿਵੇਂ ਤਰਿਆ ਜਾ ਸਕਦਾ? ਇਹ ਕਾਹਦਾ ਸਮੁੰਦਰ ਹੈ? ਇਹ ਸਮੁੰਦਰ ਹੈ। ਇੱਥੇ ਸਾਡੇ ਮਨ ਦੇ ਬਲਬਲੇ ਜਿਹੜੇ ਨੇ ਨਾ, ਲਹਿਰਾਂ ਦੀ ਤਰ੍ਹਾਂ ਆਉਂਦੇ ਨੇ। ਉਹ ਕਹਿੰਦੇ ਇਸ ਮਨ ਦਾ ਤਰਨਾ ਔਖਾ ਹੈ। ਕਿਵੇਂ? ਕਹਿੰਦੇ ਲਹਿਰਾਂ ਆਉਂਦੀਆਂ ਨੇ, ਕਦੇ ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ, ਨਿੰਦਿਆ ਦੀਆਂ, ਅਨੰਤਾਂ। ਇਹ ਲਹਿਰਾਂ ਵਿੱਚ ਮਨ ਡੁੱਬ ਜਾਂਦਾ ਹੈ, ਇਹ ਤਰ ਨਹੀਂ ਸਕਦੇ ਸਮੁੰਦਰ ਤੋਂ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਬੀਠਲ ਪ੍ਰਮਾਤਮਾ ਵਾਹਿਗੁਰੂ ਜੀ, ਮੈਨੂੰ ਤਾਰ ਲੈ, ਮੈਂ ਡੁੱਬਦਾ ਜਾ ਰਿਹਾ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਇਹ ਸੋਹਣੇ ਕੇਸਾਂ ਵਾਲੇ ਵਾਹਿਗੁਰੂ ਜੀ, ਮੈਨੂੰ ਨਾ ਲੋਭ ਦੀ ਲਹਿਰ ਵੱਜਦੀ ਹੈ ਕਦੇ। ਲੋਭ ਲਹਿਰ ਅਤ ਨੀਜਰ, ਨੀਜਰ ਹੁੰਦੀ ਲਹਿਰ, ਪਾਣੀ ਦੀ ਲਹਿਰ ਹੁੰਦੀ ਨਾ। ਇਸ ਤਰ੍ਹਾਂ ਕਹਿੰਦੇ ਆ ਕੇ ਮੇਰੇ ਵਿੱਚ ਆ ਕੇ ਲੋਭ ਦੀ ਲਹਿਰ ਵੱਜਦੀ ਹੈ ਤੇ ਫਿਰ ਕਾਇਆ ਡੁੱਬੇ ਕੇਸਵਾ। ਮੇਰੇ ਕਰਮ ਬਣ ਜਾਇਆ ਕਰਦੇ ਨੇ ਮਨ ਕਰਕੇ, ਤੇ ਇਹ ਮੇਰਾ ਮਨ ਵੀ ਡੁੱਬਦਾ ਏ ਤੇ ਕਾਇਆ ਵੀ ਡੁੱਬਦੀ ਹੈ।
ਤਾਂ ਮੈਂ ਸੰਸਾਰ ਸਮੁੰਦਰ ਤੋਂ ਤਰਨ ਦੀ ਤੇਰੇ ਅੱਗੇ ਤਰਲਾ ਕਰ ਰਿਹਾ ਹਾਂ, ਕਿਉਂਕਿ ਤੂੰ ਸਮੁੰਦਰ ਹੈ, ਤੂੰ ਖੁਦ ਆਪ ਨਿਰੰਕਾਰ ਜਹਾਜ਼ ਰੂਪ ਹੈ, ਇਸ ਤੋਂ ਤਾਰ ਸਕਦਾ ਹੈ। ਮੈਂ ਬੇਨਤੀ ਕਰ ਰਿਹਾ ਸੀ ਵੀ ਵੱਖਰੇ ਵੱਖਰੇ ਅਰਥਾਂ ਦੇ ਵਿੱਚ ਸਾਗਰ ਆਇਆ ਹੈ। ਇਹ ਸਾਗਰ ਤੋਂ ਪਾਰ ਹੋਣ ਵਾਸਤੇ ਗੁਰੂ ਬਾਬਾ ਜੀ ਕਹਿੰਦੇ ਸੰਸਾਰ ਸਾਗਰ ਤਾਰ ਤਾਰਨ। ਤਾਰ ਦਾ ਮਤਲਬ ਹੈ ਰਾਰੇ ਨੂੰ ਸਿਹਾਰੀ, ਜਹਾਜ਼। ਇਥੋਂ ਜਹਾਜ਼ ਤਾਰ ਸਕਦਾ ਹੈ। ਕਿਹੜਾ ਜਹਾਜ਼ ਹੈ ਜਿਹੜਾ ਸੰਸਾਰ ਸਮੁੰਦਰ ਨੂੰ ਤਾਰ ਸਕਦਾ? ਇਹਨਾਂ ਵਿਕਾਰਾਂ ਦੇ ਸਮੁੰਦਰ ਦੇ ਵਿੱਚੋਂ ਨਹੀਂ ਤੁਰਿਆ ਜਾ ਸਕਦਾ। ਇਹਨੂੰ ਕਈ ਰੂਪ ਚ ਕਿਹਾ, ਜਿਵੇਂ ਅਸੀਂ ਪੜ੍ਹਦੇ ਹਾਂ ਰੋਜ਼ ਕਿ ਤਿਤ ਸਰਵੜੇ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੀ ਕੀਆ, ਪੰਕਜ ਮੋਹ ਪੱਗ ਨਹੀਂ ਚੱਲੇ, ਹਮ ਦੇਖਾ ਤਹ ਡੂਬੀ ਅਲੇ। ਨਹੀਂ ਤਰਿਆ ਜਾਂਦਾ ਹੈ। ਇਹ ਬੰਦਾ ਬੜੀ ਕੋਸ਼ਿਸ਼ ਕਰਦੇ ਹਾਂ ਅਸੀਂ ਤਾਂ ਦੇਖੋ ਭਗਤਾਂ ਨੇ ਤਾਂ ਲਿਖਿਆ ਏ, ਉਹਨਾਂ ਨੇ ਬੜੇ ਪ੍ਰੇਮ ਨਾਲ ਥਾਂ ਪਰ ਥਾਂ ਲਿਖਿਆ। ਵਾਕਈ ਸਾਡਾ ਮਨ ਐਸਾ ਹੈ ਕਿ ਅਸੀਂ ਇਹਦੇ ਵਿੱਚ ਜਦੋਂ ਇੱਕ ਫਲਬਲਾ ਆਉਂਦਾ ਹੈ, ਕਦੇ ਲੋਭ ਦਾ ਆ ਜਾਂਦਾ, ਕਦੇ ਮੋਹ ਦਾ ਆ ਜਾਂਦਾ, ਕਦੇ ਕਿਸੇ ਦੀ ਉਸਤਤ ਸ਼ੁਰੂ ਕਰ ਦਿੰਦੇ ਆ, ਕਦੇ ਕਿਸੇ ਨਿੰਦਿਆ ਸ਼ੁਰੂ ਕਰ ਦਿੰਦੇ ਆ। ਇਹ ਬਲਬਲੇ ਆਉਂਦੇ ਨੇ ਨਾ। ਜੇ ਮਨ ਇਹ ਵਿਕਾਰਾਂ ਤੋਂ ਉੱਪਰ ਹੋਏਗਾ, ਸ਼ਬਦ ਨਾਲ ਜੁੜਿਆ ਹੋਏਗਾ, ਫਿਰ ਇਹਨਾਂ 'ਚ ਡੁੱਬਦਾ ਨਹੀਂ ਹੈ। ਬਸ ਆਈਏ, ਇਹ ਸਮੁੰਦਰ ਹੈ, ਇਹ ਲਹਿਰਾਂ ਵੱਜਦੀਆਂ ਨੇ, ਡੁੱਬ ਜਾਇਆ ਕਰਦੇ। ਗੁਰੂ ਬਾਬਾ ਜੀ ਕਹਿੰਦੇ ਜੇ ਤਰਨਾ ਇਸ ਸੰਸਾਰ ਸਾਗਰ ਤੋਂ, ਕੀ ਕਰ? ਕਹਿੰਦੇ ਰਾਮ ਨਾਮ ਕਰ ਕਰਨੀ। ਰਮ ਨਾਮ, ਤੂੰ ਰੱਬ ਦੇ ਨਾਮ ਦੇ ਵਿੱਚ ਰਮ ਜਾ। ਕਰ ਕਰਨੀ, ਆ ਕਰਨੀ ਕਰ। ਕਰਨੀ ਭਾਵ ਕਿਰਤ, ਕਰਨੀ ਭਾਵ ਕਰਮ। ਕਹਿੰਦੇ ਇਹ ਕੰਮ ਕਰ ਜੇ ਤੂੰ ਸੰਸਾਰ ਸਮੁੰਦਰ ਤੋਂ ਤਰਨਾ ਹੈ। ਕੀ ਕਰ? ਪ੍ਰਭੂ ਦੇ ਨਾਮ ਦੇ ਵਿੱਚ ਰਮ ਜਾ। ਇਹ ਮਨਾ, ਕਿਉਂਕਿ ਮਨ ਨੂੰ ਸਮਝਾ ਰਹੇ ਨੇ, ਸਾਰੀ ਮਨ ਦੀ ਵਾਰਤਾ ਹੈ। ਮਨ ਹੀ ਡੁੱਬਦਾ ਏ, ਮਨ ਹੀ ਡਿੱਗਦਾ ਏ। ਇਹ ਜਦੋਂ ਡੁੱਬਦਾ ਹੈ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹਾਂ ਪ੍ਰਭੂ ਪਕਰਾਏ ਜਿਉ। ਆਵਾਜ਼ਾਂ ਦੇ ਕੇ ਕਿਹਾ ਸੱਚੇ ਪਾਤਸ਼ਾਹ ਜੀ, ਦੇਖੋ ਕਿੰਨੀ ਵਧੀਆ ਤਕਨੀਕ ਹੈ। ਜੇ ਕਿਤੇ ਨਾ ਸਾਡਾ ਮਨ ਵੀ ਕਿਸੇ ਚੀਜ਼ ਤੇ ਡਿੱਗਦਾ ਦਿਸੇ, ਕਿਸੇ ਵਿਕਾਰ ਕਰਕੇ ਡਿੱਗਦਾ ਦਿਸੇ, ਇੱਕ ਬੰਦਾ ਹੱਥ ਜੋੜ ਕੇ ਉਸ ਗੁਰੂ ਦੇ ਅੱਗੇ ਬੇਨਤੀ ਕਰਦੇ, ਸੱਚੇ ਪਾਤਸ਼ਾਹ ਮੈਂ ਡੁੱਬਦਾ ਜਾ ਰਿਹਾ, ਮੈਨੂੰ ਬਚਾ। ਇਹ ਬੇਨਤੀ ਤਰੀਕਾ ਹੈ। ਗੁਰੂ ਮਹਾਰਾਜ ਨੇ ਕਿਹਾ, ਮੈਂ ਪਹਿਲੇ ਜਿਵੇਂ ਪੜ੍ਹਿਆ ਸ਼ਬਦ, ਭਗਤ ਨਾਮਦੇਵ ਜੀ ਕਿਆ ਤਰਲਾ ਕਰ ਰਹੇ ਨੇ, ਕਿਆ ਤੜਫ ਨਾਲ ਕਹਿ ਰਹੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਸੰਸਾਰ ਸਮੁੰਦਰ ਮੈਂ ਇਹਦੇ ਵਿੱਚ ਨਹੀਂ ਤਰ ਸਕਦਾ। ਮੋਕੋ ਤਾਰ ਲੈ ਰਾਮ, ਤਾਰ ਲੈ, ਮੈਂ ਨਹੀਂ ਤਰ ਸਕਦਾ, ਮੇਰੀ ਕੋਈ ਪਾਇਆ ਨਹੀਂ, ਮੇਰੀ ਕੋਈ ਸੱਤਿਆ ਨਹੀਂ ਹੈ, ਮੇਰੇ 'ਚ ਕੋਈ ਸਮਰੱਥਾ ਨਹੀਂ। ਹਉ ਅਜਾਨ ਜਨ ਤਰ ਭੇ ਨਾ ਜਾਨੂ, ਮੈਂ ਅਣਜਾਣ ਐ, ਮੈਂ ਤਰਨਾ ਹੀ ਨਹੀਂ ਆਉਂਦਾ ਮੈਨੂੰ। ਇਸ ਸੰਸਾਰ ਵਿੱਚ ਕਿਵੇਂ ਤਰਿਆ ਜਾਏ, ਇਹ ਵਿਕਾਰਾਂ ਦੇ ਸਮੁੰਦਰ 'ਚ ਕਿਵੇਂ ਤਰਿਆ ਜਾਏ, ਮੇਰੇ ਤੋਂ ਤਰਿਆ ਨਹੀਂ ਜਾਂਦਾ ਹੈਗਾ। ਸਗੋਂ ਹਾਂ, ਇਹ ਲਹਿਰਾਂ ਆਉਂਦੀਆਂ ਸਾਨੂੰ ਡੁਬੋ ਦਿੰਦੀਆਂ ਨੇ। ਤੇ ਫਿਰ ਤਰਨ ਦਾ ਇੱਕੋ ਹੀ ਇੱਕ ਰਸਤਾ ਹੈ, ਉਹ ਕੀ ਹੈ? ਬਾਬਾ ਜੀ ਕਹਿੰਦੇ ਰਾਮ ਦੇ ਨਾਮ ਦੇ ਵਿੱਚ ਰਮ ਜਾ, ਇਹ ਕਰਨੀ ਕਰ। ਹੁਣ ਸਾਰੇ ਦੀ ਇੱਕ ਸੌਖੀ ਜੀ ਉਦਾਹਰਣ ਦੇਵਾਂ, ਅੱਗੇ ਸ਼ਬਦ ਤੇ ਆਈਏ, ਮੇਰਾ ਇਹ ਸ਼ਬਦ। ਜਦੋਂ ਅਸੀਂ ਇਹ ਕਹਿੰਦੇ ਆ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਵਾਹਿਗੁਰੂ ਦਾ ਨਾਮ ਕੀ ਹੈ? ਜਹਾਜ਼ ਹੈ। ਹੁਣ ਆਹ ਸਰੀਰ ਤਾਂ ਉੱਤੇ ਚੜ ਨਹੀਂ ਸਕਦਾ, ਕਿਉਂਕਿ ਨਾਮ ਹੈ ਜਿਹੜਾ ਜ਼ਬਾਨ ਤੋਂ ਬੋਲਿਆ ਵਾਹਿਗੁਰੂ, ਇਹ ਜਹਾਜ਼ ਹੈ। ਨਾਮ ਜਹਾਜ਼ ਹੈ, ਉਹਦੀ ਯਾਦ ਜਹਾਜ਼ ਹੈ। ਇਹਦੇ ਤੇ ਸਫ਼ਰ ਕਿਹਨੇ ਕਰਨਾ ਹੈ? ਸਾਡੇ ਮਨ ਨੇ ਕਰਨਾ ਹੈ, ਸਾਡੀ ਆਤਮਾ ਨੇ ਸਫ਼ਰ ਕਰਨਾ ਹੈ। ਜਦੋਂ ਮਨ ਜੁੜ ਜਾਏਗਾ, ਉਹਦਾ ਸਫ਼ਰ ਸ਼ੁਰੂ ਹੋ ਜਾਏਗਾ। ਹੁਣ ਅਸੀਂ ਪੜ੍ਹ ਦਿੱਤਾ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਰ। ਭਾਈ ਜਿਹੜਾ ਇਹਦੇ ਚੜੇਗਾ ਪਾਰ ਹੋ ਜਾਏਗਾ। ਪਰ ਚੜਨਾ ਕੀ? ਅਸੀਂ ਥੋੜੀ ਚੜਨਾ, ਸਰੀਰ ਕਰਕੇ ਥੋੜੀ ਚੜਨਾ, ਮਨ ਕਰਕੇ ਚੜਨਾ ਹੈ। ਜਦੋਂ ਕਿਸੇ ਦਾ ਮਨ ਵਾਹਿਗੁਰੂ ਦੇ ਸ਼ਬਦ ਨਾਲ ਜੁੜ ਜਾਏਗਾ ਤੇ ਫਿਰ ਉਹ ਇਹਦੇ ਤੇ ਚੜ ਜਾਏਗਾ ਨਾ। ਪਰ ਸ਼ਰਤ ਇਹ ਰੱਖੀ ਹੈ ਗੁਰੂ ਨੇ, ਬਾਬਾ ਜੀ ਕਹਿੰਦੇ ਇਹਦੇ ਤੇ ਜਿਹੜਾ ਕੋਈ ਚੜੇਗਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ। ਇੱਥੇ ਕਲੀਅਰ ਹੋ ਗਈ ਗੱਲ। ਜਿਹੜਾ ਵਾਹਿਗੁਰੂ ਦੇ ਨਾਮ ਨੂੰ ਸ਼ਰਧਾ ਨਾਲ, ਭਾਵਨਾ ਨਾਲ, ਪ੍ਰੇਮ ਦੇ ਨਾਲ ਸੇਵਦਾ ਹੈ ਨਾ, ਤੇ ਮਹਾਰਾਜ ਕਹਿੰਦੇ ਗੁਰ ਪਾਰ ਉਤਾਰਨਾ, ਉਹ ਗੁਰੂ ਰੂਪੀ ਜਹਾਜ਼ ਪਾਰ ਕਰ ਦਿੰਦਾ ਹੈ। ਆਈ ਹੈ, ਕਿਉਂਕਿ ਗੁਰੂ ਨੇ ਜਹਾਜ਼ ਬਣਾਇਆ। ਅਸੀਂ ਕਹਿੰਦੇ ਹਾਂ ਬਾਣੀ ਸਮੁੰਦਰ, ਬਾਣੀ ਦਾ ਅਥਾਹ ਅੰਤ ਕੋਈ ਨਹੀਂ।
ਤੇ ਨਾਮ ਵੀ ਜਹਾਜ਼ ਹੈ, ਗੁਰੂ ਜਹਾਜ਼ ਹੈ। ਇਸ ਸ਼ਬਦ ਨਾਲ ਜੁੜਿਆ ਸਾਡਾ ਪਾਰ ਉਤਾਰਾ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਲੱਗਿਆ ਪਾਰ ਉਤਾਰਾ ਹੋਣਾ। ਗੁਰੂ ਦੀ ਸ਼ਰਨ ਦੇ ਨਾਲ ਇਹ ਕਰਨੀ ਕਰ ਜਿਹਦੇ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏ। ਗੁਰੂ ਸਾਹਿਬ ਜੀ ਕਹਿੰਦੇ ਤਾਂ ਕਰਕੇ ਮਨਾ ਤੂੰ ਜਪ ਤੇ ਉਹਦੀ ਸ਼ਰਨ ਵਿੱਚ ਰਹਿ। ਹੁਣ ਧਿਆਨ ਰੱਖਣਾ, ਸ਼ਬਦ ਮਨ ਨੂੰ ਸੰਬੋਧਨ ਹੈ ਸਾਰਾ। ਹੁਣ ਜੇ ਮਨ ਇਸ ਤਰੀਕੇ ਨਾਲ ਵਾਹਿਗੁਰੂ ਨਾਲ ਜੁੜੇਗਾ, ਫਿਰ ਉਹ ਤਰੀਕਾ, ਤਕਨੀਕ, ਢੰਗ ਸਾਰਾ ਦੱਸਿਆ ਇਹਦੇ ਚ ਕਿਵੇਂ ਤੂੰ ਸੰਸਾਰ ਸਾਗਰ ਤੋਂ ਤਰ ਸਕਦਾ ਹੈ। ਕਹਿੰਦੇ ਭਗਤ ਪ੍ਰੇਮ ਆਰਾਧਤੰ ਸੱਚ ਪਿਆਸ ਪਰਮ ਹਿਤੰ। ਭਗਤ ਪ੍ਰੇਮ ਆਰਾਧਤੰ, ਜਿਹੜੀ ਭਗਤੀ ਹੈ ਨਾਮ ਦੀ, ਉਹਦੀ ਜਿਹੜੀ ਆਰਾਧਨਾ ਹੈ ਉਹ ਪ੍ਰੇਮ ਚ ਕਰ, ਪ੍ਰੇਮ ਦੇ ਨਾਲ। ਪ੍ਰੇਮ ਐਸਾ ਹੈ ਜਿੱਥੇ ਹਉਮੈ ਮੁੱਕ ਜਾਇਆ ਕਰਦੀ ਹੈ, ਹੰਕਾਰ ਮੁੱਕ ਜਾਇਆ ਕਰਦੀ ਹੈ। ਕਹਿੰਦੇ ਸੱਚ ਪਿਆਸ ਪਰਮ ਹਿਤੰ, ਤੇਰੇ ਅੰਦਰ ਜਿਹੜੀ ਉਸ ਪਰਮਾਤਮਾ ਦੇ ਪਰਮ ਹਿਤ, ਪਰਮ ਹਿਤ ਹੈ, ਹਿਤ ਹੁੰਦਾ ਪ੍ਰੇਮ, ਐਸਾ ਸ੍ਰੇਸ਼ਟ ਪ੍ਰੇਮ ਤੇਰੇ ਅੰਦਰ ਹੋਵੇ ਜਿਹੜੇ ਤੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਪਿਆਸ ਹੈ ਨਾ, ਉਹ ਜਾਗ ਜਾਏ। ਇਹ ਜਾਗਦੀ ਹੈ ਪ੍ਰੇਮਾ ਭਗਤੀ ਚੋਂ। ਦੇਖੋ ਸਾਰੇ ਬਾਣੀ ਦੇ ਵਿੱਚ ਦਾ ਤੁਸੀਂ ਅਸੀਂ ਸ਼ਬਦ ਪੜ੍ਹਦੇ ਹਾਂ, ਕਈ ਵਾਰੀ ਗਾਉਂਦੇ ਹਾਂ, ਸੁਣਦੇ ਆਂਗੇ, ਜਦੋਂ ਅਸੀਂ ਕਹਿੰਦੇ ਹਾਂ ਵੀ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਬੈ ਚੱਲੇ ਜੀਓ। ਇਹ ਕਾਹਦੀ ਆਵਾਜ਼ ਆ ਰਹੀ ਹੈ? ਇਹ ਆ ਪਿਆਸ ਪ੍ਰੇਮ ਦੀ। ਜਦੋਂ ਪੜ੍ਹਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਇਹ ਹੈ ਪ੍ਰੇਮ ਦੀ ਪਿਆਸ, ਤਾਂਘ, ਮਿਲਣ ਦੀ ਇੱਛਾ। ਕੋਈ ਜਨ ਹਰਸੋ ਦੇਵੈ ਜੋਰ, ਕੋਈ ਮਿਲਾ ਦੇਵੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਕਿਵੇਂ ਬਿਲਪ ਕਰੇ ਚਾਤਰਕ ਕੀ ਨਿਆਈ। ਇਹ ਕੀ ਹੈ? ਇਹ ਮਨ ਹੀ ਲੋਚ ਰਿਹਾ ਮਿਲਾਪ ਦੇ ਲਈ। ਇਹ ਹੈ ਸੱਚੀ ਪਿਆਸ ਤੇ ਇਹ ਹੈ ਭਗਤੀ ਦੇ ਵਿੱਚ ਜਿਹੜਾ ਪ੍ਰੇਮ ਰਸ ਹੈ। ਜਦੋਂ ਮਿਲਣ ਦੀ ਇੱਛਾ ਹੁੰਦੀ ਹੈ ਤਾਂ ਹੁੰਦੀ ਹੈ, ਪ੍ਰੇਮ ਚੋਂ ਆਵਾਜ਼ ਨਿਕਲਦੀ ਹੈ, ਪ੍ਰੇਮ ਚੋਂ। ਰਾਗ ਹੈ, ਪ੍ਰੇਮ ਹੈ, ਤੇ ਪ੍ਰੇਮ ਦੇ ਵਿੱਚੋਂ ਆਵਾਜ਼ ਹੁੰਦੀ ਹੈ ਮਿਲਣ ਦੀ। ਮਹਾਰਾਜ ਕਹਿੰਦੇ ਜਦ ਤੂੰ ਆਰਾਧਨਾ ਕਰੇਗਾ ਫਿਰ ਇਹ ਕੀ ਹੋਏਗਾ? ਬਿਲਲ ਲਾਪ ਬਿਲਲ ਬੇਨੰਤੀਆਂ ਸੁਖ ਭਾਏ ਚਿਤ ਹਿਤੰ। ਕਹਿੰਦੇ ਤੇਰਾ ਚਿੱਤ ਦਾ ਹਿੱਤ ਲੱਗ ਜਾਏ। ਇਹ ਭਾਏ ਤੇਰਾ ਭਾਏ ਮਤਲਬ ਪ੍ਰੇਮ ਦੇ ਨਾਲ, ਇਸ ਪ੍ਰੇਮ ਦੇ ਨਾਲ ਤੇਰਾ ਬਿਲਲਾਪ ਬਿਲਲ ਬੇਨੰਤੀਆਂ। ਆ ਜਿਹੜੀ ਮੈਂ ਬੇਨਤੀਆਂ ਕੀਤੀਆਂ ਨੇ ਨਾ, ਇਹ ਇਹੀ ਨੇ, ਬਿਲਲਾਪ ਦੀਆਂ ਬੇਨਤੀਆਂ ਨੇ। ਇਹ ਰੱਬ ਅੱਗੇ ਬੇਨਤੀਆਂ ਨੇ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਕਿ ਮੈਨੂੰ ਉਸ ਪ੍ਰਮਾਤਮਾ ਨਾਲ ਮਿਲਾ ਦਿਓ। ਗੁਰੂ ਦੇ ਚਰਨਾਂ 'ਚ ਬੇਨਤੀਆਂ, ਉਸ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀਆਂ ਮਿਲਣ ਦੇ ਲਈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਮਿਲਣ ਵਾਸਤੇ ਹੈ। ਗੁਰੂ ਬਾਬਾ ਜੀ ਕਹਿੰਦੇ ਜਿਹੜਾ ਬਿਲਲ ਬਿਲਾਪ ਬੇਨੰਤੀਆਂ ਨੇ, ਜਦੋਂ ਤੇਰੇ ਅੰਦਰ ਨਾਮ ਦਾ ਰਸ, ਨਾਮ ਨਾਲ ਤੂੰ ਜੁੜ ਗਿਆ ਹੈ ਤੇ ਇਸ ਸੰਸਾਰ ਸਾਗਰ ਤੋਂ ਤਰਨ ਲਈ ਨਾਮ ਜਪਣ ਦੀ ਕਰਨੀ ਕਰਨ ਲੱਗ ਪਿਆ ਏ, ਭਾਵ ਉਹ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ ਹੈ, ਵਾਹਿਗੁਰੂ ਦੇ ਤੇਰੇ ਅੰਦਰ ਫਿਰ ਪ੍ਰੇਮ ਜਾਗ ਜਾਣਾ ਹੈ, ਵਿਰਾਗ ਜਾਗ ਜਾਣਾ, ਫਿਰ ਉਹਦੀ ਮਿਲਣ ਦੀ ਇੱਛਾ ਹੋ ਜਾਣੀ ਹੈ। ਦੇਖੋ ਮੈਂ ਇਹ ਰਾਤ ਵੀ ਸ਼ਾਇਦ ਜ਼ਿਕਰ ਕਰ ਰਿਹਾ ਸੀਗਾ ਕਿ ਜਿਹੜਾ ਸ਼ਬਦ ਹੈ ਨਾ ਬਾਣੀ ਦੇ ਵਿੱਚ ਕਈ ਰੂਪ ਦੇ ਵਿੱਚ ਆਉਂਦਾ ਹੈ ਸ਼ਬਦ। ਹੁਣ ਦੇਖੋ ਅਸੀਂ ਕਹਿੰਦੇ ਆਮ ਕਹਿੰਦੇ ਸ਼ਬਦ ਗੁਰੂ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ। ਪਰ ਅਸੀਂ ਨਾਲ ਵੀ ਪੜ੍ਹਦੇ ਨੇ ਪਾਵਨ ਗੁਰੂ, ਪਾਣੀ ਪਿਤਾ ਅਸੀਂ ਕਹਿੰਦੇ ਜੀ ਪਾਵਨ ਕੀ ਗੁਰੂ ਹੈ। ਪਰ ਇਹ ਸ਼ਬਦ ਚ ਸ਼ਬਦ ਗੁਰੂ ਵੀ ਹੈ, ਪਾਵਨ ਗੁਰੂ ਵੀ ਹੈ। ਇਹ ਖੈਰ ਵਿਸ਼ਾ ਵੱਖਰਾ ਹੈ। ਪਾਵਨ ਗੁਰੂ ਤੇ ਜਿਹੜਾ ਸ਼ਬਦ ਗੁਰੂ ਹੈ ਇਹਨਾਂ ਦਾ ਆਪ ਵੱਖਰਾ ਵੱਖਰਾ ਕਾਰਜ ਹੈ। ਤੋ ਆਓ ਫਿਰ ਸ਼ਬਦ ਤੇ ਹੀ, ਤੇ ਜਿਹੜਾ ਸ਼ਬਦ ਜਦੋਂ ਸਾਡੇ ਅੰਦਰੋਂ ਪ੍ਰੇਮ ਜਾਗ ਜਾਂਦਾ ਫਿਰ ਉਹਦੇ ਮਿਲਣ ਦੀ ਤਾਂਘ ਹੁੰਦੀ ਹੈ, ਮਿਲ ਜਾਏ ਉਹ ਪ੍ਰਮਾਤਮਾ ਨਾਲ। ਗੁਰੂ ਬਾਬਾ ਜੀ ਕਹਿੰਦੇ ਜਦੋਂ ਇਹ ਕਰਨੀ ਕਰਦੇ ਆ ਫਿਰ ਇਹ ਜਾਗਦੀ ਹੈ। ਰਹਾਓ ਇਹ ਤੋਂ ਬਾਅਦ ਕਹਿੰਦੇ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣਨ। ਫਿਰ ਕਹਿੰਦੇ ਇਹ ਮਨਾ ਮੇਰਿਆ ਮਿਰਤ ਸ਼ੁਭ ਚਿੰਤੰ। ਦੇਖੋ ਜਿਵੇਂ ਨਾ ਸਾਡੇ ਵਿਕਾਰ ਮਰਨੇ ਨੇ, ਇਹ ਚੰਗੇ ਨੇ। ਆਪਾਂ ਕਹਿੰਦੇ ਜੀ
ਬੰਦੇ ਦੀ ਆਤਮਿਕ ਮੌਤ ਬੜੀ ਮਾੜੀ, ਇਹ ਨਹੀਂ ਹੋਣੀ ਚਾਹੀਦੀ। ਆਤਮਿਕ ਮੌਤ ਹੈ ਚੰਗੇ ਗੁਣਾਂ ਦਾ ਖਤਮਾ ਹੋ ਜਾਣਾ, ਪਰ ਮਾੜੇ ਗੁਣਾਂ ਦਾ ਮਰਨਾ ਉਹ ਚੰਗਾ ਹੈ। ਉਲਟਾ ਹੈ ਨਾ, ਜਿਹੜੇ ਮਾੜੇ ਔਗਣ ਨੇ, ਅਲਾਮਤਾਂ ਨੇ, ਉਹ ਮਰ ਜਾਣ ਅੰਦਰੋਂ ਚੰਗੀਆਂ ਨੇ, ਉਹ ਸ਼ੁਭ ਚਿੰਤਨ ਬਣ ਜਾਂਦੀਆਂ ਨੇ। ਮਨ ਦਾ ਮਰਨਾ ਹੀ ਪਰਮੇਸ਼ਰ ਦਾ ਮਿਲਾਪ ਹੈ। ਗੁਰੂ ਬਾਬਾ ਜੀ ਕਹਿੰਦੇ ਇਹ ਮਨ ਮਿਰਤ ਸ਼ੁਭ ਚਿੰਤਨ, ਇਹ ਸ਼ੁਭ ਚਿੰਤਨ, ਇਹ ਚੰਗਾ ਹੈ, ਸ਼ੁਭ ਹੈ। ਗੁਰ ਸ਼ਬਦ ਹਰ ਰਮਣ, ਫਿਰ ਮਨ ਗੁਰੂ ਦੇ ਸ਼ਬਦ ਵਿੱਚ ਰਮਦਾ ਹੈ। ਸੌਖੀ ਉਦਾਹਰਣ ਦਵਾਂ ਕਿਉਂਕਿ ਬੜੇ ਇਹ ਜਿਹੜਾ ਵਿਸ਼ਾ ਹੁੰਦਾ ਹੈ ਨਾ, ਇਹ ਬੜਾ ਗਹਿਰਾ ਹੈ। ਜਿਵੇਂ ਇੱਕ ਗਲਾਸ ਦੇ ਵਿੱਚ ਪਾਣੀ ਹੈ, ਤੁਸੀਂ ਉਸ 'ਚ ਚਾਹ ਪਾਉਣੀ ਹੈ, ਕੀ ਕਰੋਗੇ? ਜਾਂ ਤਾਂ ਪਾਣੀ ਡੋਲੋਗੇ, ਫਿਰ ਖਾਲੀ ਹੋ ਜਾਏਗਾ, ਚਾਹ ਪੈ ਜਾਏਗੀ। ਹੁਣ ਇਹੀ ਮਨ ਰੂਪੀ ਸਾਡਾ ਗਲਾਸ ਹੈ, ਇਹਦੇ ਵਿੱਚ ਕੀ ਨੇ? ਇਹਦੇ 'ਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਨਿੰਦਿਆ ਹੈ, ਚੁਗਲੀ ਹੈ, ਈਰਖਾ ਹੈ, ਦੁਵੇਸ਼ ਹੈ, ਆ ਭਰਿਆ ਪਿਆ ਹੈ। ਤੇ ਪਾਉਣਾ ਕੀ? ਸਤ, ਸੰਤੋਖ, ਦਇਆ, ਧਰਮ, ਪ੍ਰੇਮ, ਭਗਤੀ, ਸਹਿਣਸ਼ੀਲਤਾ, ਨਿਮਰਤਾ, ਇਹ ਗੁਣ ਪਾਉਣੇ ਨੇ। ਹੁਣ ਜੇ ਅੰਦਰੋਂ ਇਹ ਭਰਿਆ ਹੋਇਆ ਤੇ ਕਿੱਥੋਂ ਆਉਣਗੇ? ਦੋਨਾਂ ਦਾ ਮੇਲ ਨਹੀਂ ਹੋ ਸਕਦਾ। ਸਰਕਾਰ ਕਹਿੰਦੇ ਜਦੋਂ ਮਨ ਅੰਦਰੋਂ ਮਰ ਜਾਏਗਾ ਆਪਣੇ ਵਿਕਾਰਾਂ ਕਰਕੇ, ਫਿਰ ਇਹ 'ਚ ਸ਼ਬਦ ਰਮ ਜਾਂਦਾ ਹੈ, ਸ਼ਬਦ ਇਹਦੇ 'ਚ ਰਮਕਣ ਲੱਗ ਜਾਂਦਾ ਹੈ। ਮਤ ਤਤ ਗਿਆਨਨ ਕਲਿਆਣ ਨਿਧਾਰਨ, ਹਰ ਨਾਮ ਮਨ ਰਮਣਨ। ਕਿਉਂਕਿ ਵਿਸ਼ਾ ਉੱਥੀ ਹੈ ਜਦੋਂ ਮਨ ਗੁਰੂ ਦੇ ਸ਼ਰਨ ਵਿੱਚ ਜੁੜੇਗਾ। ਸਰਕਾਰ ਕਹਿੰਦੇ ਫਿਰ ਇਹਨੂੰ ਤਤ ਰੂਪ ਜਿਹੜੀ ਮਤ ਹੈ, ਭਾਵ ਗੁਰਮਤ ਜਿਹੜੀ ਹੈ, ਗਿਆਨ ਨੇ ਅੰਦਰੋਂ ਪ੍ਰਗਟ ਹੁੰਦਾ ਹੈ, ਗਿਆਨ ਮਿਲ ਜਾਂਦਾ ਜਿਹੜਾ ਇਹਦਾ ਕਲਿਆਣ ਕਰਦਾ, ਉਹ ਖਜ਼ਾਨਾ ਮਿਲ ਜਾਂਦਾ। ਨਿਧਾਰਨ ਜਿਹੜਾ ਇਸ ਮਨ ਦਾ ਕਲਿਆਣ ਕਰਦਾ ਹੈ। ਹਰ ਨਾਮ ਮਨ ਰਮਣਨ, ਜਦੋਂ ਇਹ ਮਨ ਹਰੀ ਦੇ ਨਾਮ ਵਿੱਚ ਰਮ ਜਾਂਦਾ ਹੈ, ਮਿਕਸ ਹੋ ਜਾਂਦਾ ਹੈ। ਮਨ ਦਾ ਮਿਕਸ ਹੋਣਾ ਕੀ ਹੈ? ਜਿਵੇਂ ਇੰਜ ਕਹਿ ਲਓ, ਜਦੋਂ ਬੰਦੇ ਕਿਸੇ ਚੀਜ਼ ਦੀ ਚਿੰਤਾ ਹੋਵੇ ਨਾ, ਮਨ ਉਹਦੇ 'ਚ ਰਮਿਆ ਹੁੰਦਾ ਹੈ। ਚਿੰਤਾ ਹੁੰਦੀ ਉਸ ਚੀਜ਼ ਦੀ ਹੈ ਜਿਸ ਵਿੱਚ ਮਨ 100% ਇਨਵੋਲਵ ਹੁੰਦਾ ਹੈ, ਉਹ ਚੀਜ਼ ਦੀ ਚਿੰਤਾ ਹੁੰਦੀ ਹੈ। ਹੁਣ ਮੰਨ ਲਓ ਜਿਸ ਚੀਜ਼ ਦਾ ਸਾਨੂੰ ਪਤਾ ਹੀ ਨਹੀਂ, ਮਨ ਕਹਿੰਦਾ ਨਹੀਂ ਜੀ ਮੇਰਾ ਮਨ ਨਹੀਂ ਪ੍ਰਵਾਹ ਕਰਦਾ ਹੈਗਾ। ਜੇ ਪ੍ਰਵਾਹ ਕਰਦਾ ਇਹਦਾ ਬੜਾ ਟੈਨਸ਼ਨ ਹੈ। ਜਿੱਥੇ ਮਨ ਖੁਦ ਇਨਵੋਲਵ ਹੋ ਜਾਂਦਾ ਹੈ ਆਪ, ਔਰ ਉਹਦੇ ਬਾਰੇ ਫਿਰ ਘੁੰਮਦਾ ਰਹਿੰਦਾ ਸਰਕਲ, ਉਹ ਕੀ? ਉਹਦੀ ਚਿੰਤਾ ਬਣ ਜਾਂਦੀ ਹੈ। ਦੇਖੋ ਚਿੰਤਾ ਹਰ ਚੀਜ਼ ਦੀ ਹੈ, ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਇਹ ਮੈਂ ਕਰਨਾ ਹੈ, ਇਹ ਚਿੰਤਾ ਹੈ। ਚਿੰਤਨ ਬਾਣੀ ਕਹਿੰਦੀ ਹੈ ਇੱਕ ਚਿੰਤਾ ਦੁਨਿਆਵੀ ਹੈ, ਪਦਾਰਥਾਂ ਦੀ ਹੈ, ਇਹ ਚਿੰਤਾ 'ਚ ਸਭ ਕੁਝ ਛੱਡ ਜਾਂਦਾ ਹੈ। ਪਰ ਗੁਰੂ ਦੇਵ ਮਹਾਰਾਜ ਕਹਿੰਦੇ ਜਦੋਂ ਇਹ ਹੁੰਦਾ ਹੈ ਨਾ, ਫਿਰ ਇਹ ਮਨ ਕੀ ਹਰ ਨਾਮ ਮਨ ਰਮਣਨ, ਜਦੋਂ ਨਾਮ ਰਮ ਜਾਂਦਾ ਹੈ, ਫਿਰ ਇਹਦਾ ਜਿਹੜਾ ਤਤ ਗਿਆਨ ਪ੍ਰਗਟ ਹੈ, ਇਹਦਾ ਜਿਹੜਾ ਕਲਿਆਣ ਕਰਦਾ ਹੈ, ਜਿਹੜਾ ਇਹਦਾ ਭਲਾ ਕਰਦਾ ਹੈ, ਉਹ ਚੱਲਦਾ ਹੈ। ਤੇ ਜੀਵ ਦਾ ਜਿਹੜਾ ਮਨ ਹੈ, ਚਲ ਚਿੱਤ ਬਿੱਤ ਭਰਮ ਭ੍ਰਮੰ, ਜਗ ਮੋਹ ਮਗਨ ਹਿਤੰ, ਆ ਹੈ ਇਹ ਮਨ ਦੀ ਅਵਸਥਾ ਹੈ। ਚਲ ਚਿੱਤ ਬਿੱਤ ਭ੍ਰਮਾ ਭ੍ਰਮੰ, ਮਨ ਕਾਹਦੇ? ਮਨ ਦੁਨਿਆਵੀ ਮਾਇਆ ਦੇ ਮੋਹ ਮਾਇਆ ਵਿੱਚ ਚੱਲਦਾ ਹੈ, ਭਰਮਦਾ ਹੈ, ਖੁਆਰ ਹੁੰਦਾ ਹੈ। ਇਹ ਕਹਿੰਦੇ ਚਲ ਚਿੱਤ ਵਿੱਤ ਭਰਮਾ ਭ੍ਰਮੰ, ਜਗ ਮੋਹ ਮਗਨ ਹਿਤੰ। ਜੇ ਜਗ ਦਾ ਮੋਹ ਹੈ, ਸੰਸਾਰ ਦਾ ਮੋਹ ਹੈ, ਇਹਦੇ ਨਾਲ ਹਿੱਤ ਹੈ, ਤੇ ਮਨ ਫਿਰ ਇਹਨਾਂ 'ਚ ਹੀ ਹੈ। ਬਸ ਇਹਨੂੰ ਇੰਜ ਕਹਿ ਲਓ, ਮਹਾਰਾਜ ਕਹਿੰਦੇ ਇਹ ਮਾਇਆ ਦੇ ਵਿੱਚ ਗੁਲਤਾਨ ਹੋਇਆ ਪਿਆ ਹੈ, ਮਾਇਆ ਦੇ ਵਿੱਚ ਹੈ। ਮਾਇਆ ਕੀ? ਮਾਇਆ ਧਨ ਦੌਲਤ ਕੇਵਲ ਮਾਇਆ ਨਹੀਂ, ਸਾਰਾ ਕੁਝ ਮਾਇਆ ਹੀ ਹੈ। ਜਦੋਂ ਬੰਦਾ ਜਿਨ੍ਹਾਂ ਵਿਸ਼ਿਆਂ ਦੇ ਵਿੱਚ ਡੁੱਬਿਆ ਹੁੰਦਾ ਹੈ, ਫਿਰ ਇਹਦੇ ਵਿੱਚ ਜਦੋਂ ਮਗਨ ਹੁੰਦਾ ਹੈ, ਫਿਰ ਕੀ ਹੈ? ਫਿਰ ਗੁਰੂ ਮਹਾਰਾਜ ਕਹਿੰਦੇ ਫਿਰ ਇੱਥੇ ਰਸ ਥੋੜੀ ਆਏਗਾ, ਇਹ ਸੰਸਾਰ ਸਾਗਰ ਤੋਂ ਥੋੜੀ ਸਕਦਾ, ਫਿਰ ਸਗੋਂ ਡੁੱਬੇਗਾ ਇਹਦੇ 'ਚ। ਇਹ ਅਵਸਥਾ ਦੇ ਵਿੱਚ ਜਾ ਕੇ, ਜਿਹੜੀ ਆਹ ਅਵਸਥਾ ਗਈ, ਇਹ ਅਵਸਥਾ ਵਿੱਚ ਆ ਕੇ ਉਹ ਭਗਤ ਨਾਮਦੇਵ ਦੇ ਜਿਹੜੇ ਸ਼ਬਦ ਮੈਂ ਪਹਿਲਾਂ ਗਾਇਨ ਕੀਤਾ, ਉਹ ਇਸੇ ਅਵਸਥਾ ਦਾ ਹੀ ਸ਼ਬਦ ਹੈ। ਬਸ ਇਹ ਹੈ ਵੀ ਉਹਨਾਂ ਨੇ ਕਬੂਲ ਕਰ ਲਿਆ, ਉਹਨਾਂ ਨੇ ਕਹਿ ਦਿੱਤਾ। ਜਿਵੇਂ ਬਾਬਾ ਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ, ਉਹਦੇ 'ਚ ਉਹ ਕਹਿੰਦੇ ਨੇ ਵੀ ਇਹ ਪ੍ਰਮਾਤਮਾ ਤੂੰ ਸਾਰੇ ਸੰਸਾਰ ਦਾ ਅੰਤਰਜਾਮੀ ਹੈ, ਤੇ ਅਸੀਂ ਕੀ ਵਿਕਾਰਾਂ ਦੇ ਕਲਯੁਗ ਕੇ ਕਾਮੀ, ਅਸੀਂ ਵਿਕਾਰਾਂ ਦੇ ਕਾਮੀ ਬੰਦੇ ਹਾਂ। ਸਾਡੀ ਹਾਲਤ ਇਹ ਜੀ, ਦੇਖੋ ਐਕਸੈਪਟੇਸ਼ਨ ਕੀਤੀ ਹੋਈ ਹੈ, ਆਪਦੇ ਆਪ ਹਰੇਕ ਚੀਜ਼ ਨੂੰ ਐਕਸੈਪਟ ਕਰ ਲਿਆ। ਆਈ ਹੈ ਬੰਦਿਆ ਜਦ ਤੂੰ ਰੱਬ ਅੱਗੇ ਅਰਦਾਸ ਕਰੇਗਾ। ਇਹ ਕਿਤੇ ਉਹੀ ਭਗਤ ਨਾਮ ਜੀ ਦਾ ਫਿਰ ਮੈਂ ਪੜ੍ਹਾ, ਉਹ ਕਹਿੰਦੇ ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਮੈਨੂੰ ਨਹੀਂ ਤਾਰਨ ਦਾ ਹੈ ਮੇਰੇ ਬਾਪ ਬੀਠਲਾ ਪਰਮਾਤਮਾ, ਮੈਨੂੰ ਚ ਤਾਰ ਕੱਢਣਾ। ਕਿ ਮੈਂ ਸ਼ਬਦ ਨਾਲ ਹੀ ਕੱਢਣਾ, ਹੋਰ ਕੀ ਹੈ? ਮਨ ਡੁੱਬਿਆ ਹੈ, ਅਸੀਂ ਮਨ ਕੱਢ ਲਿਆ। ਛੋਟੇ ਜਿਹੇ ਨੁਕਤਾ ਕਹਿ ਜਾਵਾਂ, ਕਈ ਵਾਰੀ ਦੇਖੀਦਾ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ
किसी तरह ट्रैजडी हो जाती है, किसी डेथ हो जाती है, तो वो परिवार सारा जिहड़ा है भी इस गमगीन माहौल च हुंदा है। ਇਹ ਸਾਡੇ ਘਰ ਦੀ ਪਿਰਤ ਹੈ ਵੀ ਬਾਣੀ ਪ੍ਰਾਰੰਭ ਹੋ ਜਾਂਦੀ ਘਰ ਵਿੱਚ। ਬਾਣੀ ਪ੍ਰਾਰੰਭ ਕਰਨ ਦਾ ਮਤਲਬ ਕੀ ਹੈ? ਜਿਹੜਾ ਮਨ ਉਸ ਸੋਗਗ੍ਰਸਤ ਹੈ ਉਹਦੇ ਵਿੱਚੋਂ ਬਾਣੀ ਨੇ ਉਹਨੂੰ ਬਾਹਰ ਕੱਢ ਲੈਣਾ। ਪਰ ਜੇ ਮਨ ਜੁੜ ਜਾਏ ਤਾਂ ਗੁਰੂ ਬਾਬਾ ਜੀ ਕਹਿੰਦੇ ਇਹ ਹਾਲਤ ਹੈ ਮਨ ਦੀ, ਕਿਉਂਕਿ ਸੰਸਾਰ ਹੈ ਜਾਂ ਤੇਰਾ ਨਾਮ ਭਗਤ ਦਿੜੰ ਮਤੀ ਗੁਰ ਵਾਕ ਸ਼ਬਦ ਰਤਨ। ਆ ਨਾਲ ਬਿਲਕੁਲ ਗੱਲ ਕਲੀਅਰ ਕਰ ਦਿੱਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ। ਹੁਣ ਜਿੱਥੇ ਮਨ ਥਿਰ ਹੋ ਜਾਏਗਾ, ਥਿਰ ਨਾਮ ਭਗਤ ਦਿੜੰ, ਹੁਣ ਬਸ ਇਹ ਹੈ ਵੀ ਦ੍ਰਿੜ ਕਰਨੀ ਪਏਗੀ ਭਗਤੀ, ਨਾਮ ਦ੍ਰਿੜ ਕਰਨਾ ਪਏਗਾ, ਮਨ ਨਾਮ ਨੂੰ ਪਰਪੱਕ ਕਰਨਾ ਪਏਗਾ। ਗੁਰਵਾਕ ਸ਼ਬਦ ਰਤਨ, ਗੁਰੂ ਦਾ ਸ਼ਬਦ, ਗੁਰੂ ਦਾ ਵਾਕ, ਗੁਰੂ ਦਾ ਵਿਚਾਰ, ਜਿਹਦੇ ਕਰਕੇ ਮਨ ਦ੍ਰਿੜ ਹੋ ਸਕਦਾ ਹੈ। ਬਾਰ ਬਾਰ ਰਿਪੀਟ, ਰੋਜ਼ ਜਪਜੀ ਸਾਹਿਬ ਪੜੋ, ਪੰਜ ਬਾਣੀ ਦਾ ਨਿਤਨੇਮ ਰੋਜ਼ ਕਰੋ। ਬਿਲਕੁਲ ਕਰਨਾ ਚਾਹੀਦਾ ਹੈ, ਰੋਜ਼ ਕਰਨਾ ਚਾਹੀਦਾ ਹੈ। ਕਿਉਂ ਹੈ? ਕਿਉਂਕਿ ਇਹ ਤਾਂ ਸਾਡੀ ਜਿਹੜੀ ਐਕਸਰਸਾਈਜ਼ ਹੈ ਇਹੀ ਹੈ। ਇਹ ਜਦੋਂ ਅਸੀਂ ਰੋਜ਼ ਕਰਦੇ ਹਾਂ ਨਾ, ਮੰਨ ਲਓ ਅਸੀਂ ਰੋਜ਼ ਇਹੀ ਜਪਜੀ ਸਾਹਿਬ ਪੜ੍ਹਦੇ ਹਾਂ, ਬਾਣੀ ਰੋਜ਼ ਪੜ੍ਹਦੇ ਹਾਂ, ਕਿਤੇ ਧਿਆਨ ਆ ਜਾਏ ਇਸ ਚੀਜ਼ ਵੱਲ ਵੀ ਬਾਬਾ ਨਾਨਕ ਜੀ ਰੋਜ਼ ਕਹਿੰਦੇ ਨੇ ਕਿ ਹੇ ਪ੍ਰਮਾਤਮਾ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਹਮੇਸ਼ਾ ਹੀ ਸਲਾਮਤ ਹੈ। ਕਿਤੇ ਧਿਆਨ ਪੈ ਜਾਏ ਵੀ ਰੱਬ ਤਾਂ ਸਦਾ ਹੀ ਸਲਾਮਤ ਹੈ। ਕਿਤੇ ਰੋਜ਼ ਆ ਜਾਏ ਮਨ ਦੇ ਵਿੱਚ ਕਿ ਹੇ ਪਰਮਾਤਮਾ ਜੀ ਜੋ ਤੁਧ ਭਾਵੈ ਸਾਈ ਭਲੀ ਕਾ, ਪੜ੍ਹਦੇ ਪੜ੍ਹਦੇ ਕਿਤੇ ਆ ਜਾਵੇ ਰੱਬ ਜੀ ਜਿਹੜੀ ਤੈਨੂੰ ਪਾਉਂਦੀ ਹੈ ਨਾ ਉਹ ਮੇਰੇ ਵਾਸਤੇ ਭਲਾ ਹੀ ਹੋਵੇਗਾ। ਫਿਰ ਬੰਦਾ ਸਵੇਰੇ ਜਪਜੀ ਸਾਹਿਬ ਤਾਂ ਪੜ੍ਹਿਆ, ਇਹ ਭਲੀ ਕਾਰ ਕਹਿ ਕੇ ਗਿਆ, ਥੋੜੇ ਚਿਰ ਬਾਅਦ ਦਿਨੇ ਦਿਨੇ ਸ਼ਿਕਵੇ ਹੀ ਕਰਦਾ ਰਿਹਾ ਦੂਸਰਿਆਂ ਨੂੰ। ਇਹਦਾ ਮਤਲਬ ਉਹਦੀ ਕਾਰ ਨੂੰ ਭਲਾ ਮੰਨਿਆ ਨਹੀਂ ਨਾ। ਇਹੀ ਐਕਸਰਸਾਈਜ਼ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਰੋਜ਼ ਰੋਜ਼ ਕਰਦੇ ਉਹ ਸਾਡੇ ਸੁਭਾਅ ਵਿੱਚ ਆ ਜਾਂਦਾ। ਗੁਰੂ ਬਾਬਾ ਜੀ ਕਹਿੰਦੇ ਇਸ ਤਰੀਕੇ ਨਾਲ ਫਿਰ ਦ੍ਰਿੜ ਹੋ ਜਾਂਦਾ ਹੈ ਗੁਰੂ ਦੇ ਉਪਦੇਸ਼ ਰਾਹੀਂ। ਪਰਮਾਤ ਭਰਮ ਨਾ ਚੁਕਈ ਜਗ ਜਨਮ ਬਿਆਦ ਖਪੰ, ਫਿਰ ਇਹਦਾ ਮਨ ਦਾ ਭਰਮਣਾ ਨਹੀਂ ਚੁੱਕਦਾ ਹੈ, ਸਗੋਂ ਇਸ ਜੱਗ ਦੇ ਵਿੱਚ ਇਹਦਾ ਜਨਮ ਮਰਨ ਭਾਵ ਮਨ ਦੇ ਵਿਕਾਰਾਂ ਦਾ ਆਉਣਾ ਜਾਣਾ ਇਹਦਾ ਚਿਰ ਬਣਿਆ ਰਹਿੰਦਾ, ਖਪਦਾ ਰਹਿੰਦਾ, ਦੁਖੀ ਹੁੰਦਾ ਰਹਿੰਦਾ। ਅਸਥਾਨ ਹਰ ਨੇਹ ਕੇਵਲੰ ਸਤਮਤੀ ਨਾਮ ਤਪੰ। ਬਿਲਕੁਲ ਨਾਲ ਇਹ ਗੱਲ ਕਲੀਅਰ ਕਰ, ਇੱਕ ਪੰਕਤੀ ਉਹਦੀ ਹੈ ਇੱਕ ਦੂਜੀ ਉਹਦੀ ਹੈ ਕਿ ਦੂਸਰੇ ਪਾਸੇ ਜਦੋਂ ਇਹ ਮਨ ਨਿਹ ਕੇਵਲ ਹੋ ਜਾਂਦਾ ਹੈ ਵਿਕਾਰਾਂ ਤੋਂ, ਵਿਸ਼ੇ ਵਿਕਾਰਾਂ ਤੋਂ, ਜਿਹੜਾ ਹੈ ਸੰਸਾਰ ਤੋਂ ਨਿਹ ਕੇਵਲੰ ਹੋ ਜਾਂਦਾ ਹੈ, ਸਤ ਮਤੀ ਨਾਮ ਤਪੰ, ਇਹਦੇ ਅੰਦਰ ਪ੍ਰਭੂ ਦੇ ਨਾਮ ਦਾ ਤਪ ਸਤ ਉਹ ਪ੍ਰਗਟ ਹੋ ਜਾਂਦਾ ਹੈ। ਇਹ ਜਗ ਮੋਹ ਹੇਤ ਵਿਆਪਤੰ ਦੁੱਖ ਅਦਕ ਜਨਮ ਮਰਨ, ਇਹ ਜਗ ਮੋਹ ਦੇ ਨਾਲ ਹੇਤ ਕਰਦਾ ਹੈ, ਭਾਵ ਸੰਸਾਰ ਦੇ ਵਿੱਚ ਮੋਹ ਹੈ। ਹਰ ਇੱਕ ਚੀਜ਼ ਦਾ ਮੋਹ ਹੀ ਹੁੰਦਾ ਹੈ, ਅਟੈਚਮੈਂਟ ਹੀ ਹੈ। ਕਿਸੇ ਚੀਜ਼ ਨਾਲ ਲਾ ਲਓ, ਘਰ ਨਾਲ ਲਾ ਲਓ, ਕਾਰੋਬਾਰ ਨਾਲ ਲਾ ਲਓ, ਪਰਿਵਾਰ ਨਾਲ ਲਾ ਲਓ, ਦੁਨੀਆ ਨਾਲ ਲਾ ਲਓ, ਸ਼ੌਹਰਤ ਨਾਲ ਲਾ ਲਓ, ਕੁਰਸੀਆਂ ਨਾਲ ਲਾ ਲਓ, ਕਿਸੇ ਚੀਜ਼ ਨਾਲ ਲਾ ਲਓ, ਮੋਹ ਹੈ। ਪਰ ਇਹ ਕਿਤੇ ਮੋਹ ਇਹੀ ਜੇ ਕਿਤੇ ਗੁਰੂ ਨਾਲ ਜੁੜ ਜਾਏਗਾ, ਇਹ ਮੋਹ ਨਹੀਂ, ਇਹ ਪ੍ਰੇਮ ਬਣ ਜਾਇਆ ਕਰਦਾ ਹੈ। ਸਰਕਾਰ ਕਹਿੰਦੇ ਇਹਦੇ ਚ ਜਦੋਂ ਖੁਆ ਰਹਿੰਦੇ ਨੇ ਭਜ ਸ਼ਰਨ ਸਤਿਗੁਰ ਉਬਰੇ ਹਰ ਨਾਮ ਰਿਦ ਰਮਣ। ਹਾਂ ਬੰਦਿਆ, ਜੇ ਤੂੰ ਇਹਦੇ ਚੋਂ ਉਬਰਨਾ ਏ, ਇਹ ਸੰਸਾਰ ਸਾਗਰ ਤੋਂ ਤਰਨਾ ਏ, ਤੇ ਗੁਰੂ ਦੇ ਉਪਦੇਸ਼ ਨਾਲ ਜੁੜ, ਤੈਨੂੰ ਉਹਨੂੰ ਉਭਾਰ ਲੈਣਾ ਏ, ਉਹਦੇ ਚੋਂ ਕੱਢ ਲੈਣਾ ਏ। ਜਦੋਂ ਗੁਰੂ ਦੇ ਭਜ ਸ਼ਰਨ ਸਤਿਗੁਰ ਉਬਰੇ, ਸਤਿਗੁਰੂ ਦੇ ਰਾਹੀਂ ਉਬਰ ਸਕਦਾ ਹੈ। ਗੁਰਮਤਿ ਨੇਚਲ ਮਨ ਮਨ ਮਨਨ ਸਹਿਜ ਵਿਚਾਰਨ, ਜਦੋਂ ਗੁਰੂ ਦੀ ਮੱਤ ਲਹੇਗਾ ਫਿਰ ਮਨ ਨਿਹਚਲ ਹੋ ਜਾਏਗਾ, ਅਡੋਲ ਹੋ ਜਾਏਗਾ, ਫਿਰ ਇਹ ਡੋਲੇਗਾ ਨਹੀਂ ਮਨ, ਕਿਉਂਕਿ ਗੁਰੂ ਨੇ ਮਨ ਦੇ ਵਿੱਚ ਗੁਰੂ ਦਾ ਉਪਦੇਸ਼ ਟਿਕਾ ਦਿੱਤਾ। ਜੰਜ ਕਹਿ ਲੋ ਇਹ ਮਨ ਗੁਰੂ ਦੇ ਉਪਦੇਸ਼ ਕਰਕੇ ਮੰਨ ਗਿਆ। 3 ਵਾਰੀ ਆਇਆ ਹੈ ਗੁਰਮਤਿ ਨੇਚਲ ਮਨ ਨੰਨੇ ਨੂੰ ਸਿਹਾਰੀ, ਮਨ ਨੰਨੇ ਨੂੰ ਔਂਕੜ, ਮਨਨ ਨੰਨੇ ਤੇ ਟਿੱਪੀ ਹੈ। ਜਦੋਂ ਇਹ ਮਨ ਵਿੱਚ ਗੁਰੂ ਦਾ ਉਪਦੇਸ਼ ਇਹ ਮਨ ਮੰਨ ਲੈਂਦਾ ਏ, ਫਿਰ ਕੀ ਹੁੰਦਾ ਹੈ? ਕਹਿੰਦੇ ਸਹਿਜ ਵਿਚਾਰਨ, ਇਹਦੇ ਅੰਦਰ ਸਹਿਜ ਆ ਜਾਂਦਾ ਹੈ। ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰਨ, ਫਿਰ ਉਹ ਮਨ ਨਿਰਮਲ ਹੁੰਦਾ ਹੈ। ਹੁਣ ਇਹ ਚ ਵਿਕਾਰ ਹੀ ਨਹੀਂ ਰਹੇ, ਇਹ ਮਨ ਨਿਰਮਲ ਹੋ ਗਿਆ ਹੈ ਤੇ ਇਹਦੇ ਅੰਦਰ ਗਿਆਨ ਰੂਪੀ ਰਤਨ ਆ ਗਿਆ ਹੈ। ਦੇਖੋ ਜਦੋਂ ਅਸੀਂ ਪੜ੍ਹਦੇ ਆ ਨਾ ਵੀ ਮੱਤ ਵਿੱਚ ਰਤਨ ਜਵਾਹਰ ਮਾਣਕ, ਪਰ ਜੇ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਸੁਣੀ, ਪ੍ਰਗਟ ਤਾਂ ਹੋਣੇ ਨੇ, ਇਹ ਤਾਂ ਦਿਖਦੇ ਨੇ, ਹੈਗੇ ਤਾਂ ਮੱਤ ਵਿੱਚ ਹੀ ਨੇ ਨਾ। ਪਰ ਜੇ ਮੱਤ ਵਿੱਚ ਕੀ ਹੈ? ਕੋਰ ਕ੍ਰੋਧ ਹੈ, ਈਰਖਾ ਹੈ, ਨਿੰਦਿਆ ਹੈ, ਵਿਕਾਰ ਨੇ, ਫਿਰ ਮਲੀਨ ਹੈ। ਇਹੀ ਫਿਰ ਨਿਰਮਲ ਹੋ ਜਾਂਦੀ ਜਦੋਂ ਚ ਮੱਤ ਦੇ ਵਿੱਚ ਸਹਿਜ ਸੰਤੋਖ ਧਰਮ ਧੀਰਜ ਆਦਿ ਆ ਜਾਂਦੇ ਨੇ। ਇਹ ਨਿਰਮਲ ਮੱਤ ਹੋ ਜਾਂਦੀ ਹੈ।
ਮਹਾਰਾਜ ਕਹਿੰਦੇ ਪਹਿ ਭਗਤ ਤਰ ਭਵ ਜਲ ਮਨਾ, ਚਿਤ ਲਾਏ ਹਰ ਚਰਣੀ, ਭੈ ਦਾ ਭਾਏ ਭਗਤ ਤਰ ਭਵ ਜਲ। ਗੁਰੂ ਦੀ, ਪਰਮੇਸ਼ਰ ਦੀ ਭਗਤੀ ਜਿਹੜੀ ਹੈ ਭੈ ਦੇ ਨਾਲ, ਪ੍ਰੇਮ ਦੇ ਨਾਲ, ਦੋ ਸ਼ਬਦ ਵਰਤਨੇ, ਭੈ ਭਾਏ, ਡਰ ਨਾਲ ਤੇ ਪ੍ਰੇਮ ਨਾਲ ਭਗਤੀ ਕਰ, ਫਿਰ ਤਰ ਭਵ ਜਲ ਮਨਾ। ਇਹ ਮਨਾ ਤੂੰ ਸੰਸਾਰ ਸਾਗਰ ਤੋਂ ਤਾਂ ਤਰ ਸਕਦਾ ਹੈ ਇਸ ਤੋਂ ਜਦੋਂ ਚਿੱਤ ਲਾਏ ਹਰ ਚਰਣੀ। ਤੂੰ ਵਾਹਿਗੁਰੂ ਦੇ ਸ਼ਬਦ ਵਿੱਚ ਚਿੱਤ ਲਾ ਲਏਗਾ। ਹਰ ਨਾਮ ਹਿਰਦੇ ਪਵਿੱਤਰ ਪਾਵਨ, ਇਹ ਸਰੀਰ ਤਉ ਸ਼ਰਣੀ। ਜਦੋਂ ਹਿਰਦੇ ਦੇ ਅੰਦਰ ਹਰੀ ਦੀ ਰੂਪੀ ਨਾਮ ਪਰਮੇਸ਼ਰ ਵਾਹਿਗੁਰੂ ਦਾ ਵਸ ਜਾਂਦਾ ਹੈ ਨਾ, ਫਿਰ ਪਵਿੱਤਰ ਤੇ ਪਾਵਨ ਹੋ ਜਾਂਦਾ ਹੈ। ਇਹ ਸਰੀਰ ਤਉ ਸ਼ਰਣੀ, ਤੇਰੀ ਸ਼ਰਨ ਦੇ ਵਿੱਚ ਹੁਣ ਮੇਰਾ ਮਨ ਹੀ ਨਹੀਂ, ਇਹ ਜਿਹੜਾ ਸਰੀਰ ਹੈ ਵੀ ਪਵਿੱਤਰ ਹੋ ਗਿਆ। ਅਸੀਂ ਪੜ੍ਹਦੇ ਹਾਂ ਨਾ ਜਦੋਂ ਆਨੰਦ ਸਾਹਿਬ ਦੀ ਬਾਣੀ, ਉਹ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ। ਦੋ ਅਵਸਥਾ ਨੇ, ਅੰਦਰੋਂ ਤਾਂ ਮੈਲ ਬਾਹਰੋਂ ਬੜਾ ਸਾਫ਼ ਦਿਸਦਾ ਹੈ, ਪਰ ਉਦੋਂ ਬਾਅਦ ਅਗਲੀ ਸਟੇਜ 'ਚ ਮਹਾਰਾਜ ਆ ਕੇ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਜੇ ਜੀਓ ਨਿਰਮਲ ਨੇ ਤਾਂ ਬਾਹਰੋਂ ਨਿਰਮਲ ਹੋਇਆ ਹੈ। ਕਿਉਂ ਹੋ ਗਿਆ? ਕਿਉਂਕਿ ਸਤਿਗੁਰ ਤੇ ਕਰਨੀ ਕਮਾਣੀ। ਆਹ ਕਰਨੀ ਕੀਤੀ ਜਿਹੜੀ ਸਤਿਗੁਰ ਨੇ ਦੱਸੀ ਸੀ, ਆਹ ਕੰਮ ਕੀਤਾ ਜਿਹੜਾ ਸਤਿਗੁਰ ਵਾਲੀ ਕਰਨੀ ਕਮਾਈ, ਫਿਰ ਕੀ ਹੋ ਗਿਆ? ਅੰਦਰੋਂ ਤਾਂ ਨਿਰਮਲ ਹੋਏ, ਫਿਰ ਬਾਹਰੋਂ ਵੀ ਨਿਰਮਲ ਹੋ ਗਏ। ਹੁਣ ਆਮ ਕਰਕੇ ਅਸੀਂ ਬਾਹਰੋਂ ਤਾਂ ਦਿਖਦੇ ਆ, ਦੇਖਣ ਵਿੱਚ ਬੜੇ ਸੋਹਣੇ ਸਾਫ਼ ਸੁਥਰੇ ਆ, ਪਰ ਅੰਦਰ ਸਾਡੇ ਮਲੀਨਤਾ ਹੈ। ਪਰ ਬਾਬਾ ਜੀ ਗੁਰੂ ਅਮਰਦਾਸ ਕਹਿੰਦੇ ਫਿਰ ਉਹਨਾਂ ਦੇ ਜੀਓ ਨਿਰਮਲ, ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਫਿਰ ਕਿਉਂ ਹੈ? ਕੂੜ ਕੀ ਸੋਏ ਪਹੁੰਚੇ ਨਹੀਂ। ਫਿਰ ਉੱਥੇ ਕੋਈ ਕੂੜ ਨਹੀਂ ਪਹੁੰਚ ਸਕਦਾ, ਝੂਠ ਨਹੀਂ ਪਹੁੰਚ ਸਕਦਾ, ਈਰਖਾ ਨਿੰਦਿਆ ਚੁਗਲੀ ਪਹੁੰਚ ਨਹੀਂ ਸਕਦੀ, ਕਿਉਂਕਿ ਗੁਰੂ ਦੀ ਕਰਨੀ ਨੂੰ ਕਮਾਇਆ। ਬਾਬਾ ਜੀ ਕਹਿੰਦੇ ਫਿਰ ਉਹਨਾਂ ਸਰੀਰ ਵੀ ਪਾਵਨ ਤੇ ਪਵਿੱਤਰ ਹੋ ਜਾਂਦੇ ਨੇ। ਲਾਸਟ ਪੰਕਤੀਆਂ ਵਿੱਚ ਸਾਹਿਬ ਕਹਿੰਦੇ ਲਬ ਲੋਭ ਲਹਿਰ ਨਿਵਾਰਣ, ਹਰ ਨਾਮ ਰਾਸ ਮਨਨ। ਲਬ, ਲੋਭ ਤੇ ਲਹਿਰ, ਇਹ ਤਿੰਨ ਸ਼ਬਦ, ਇਹ ਸਾਡੇ ਅੰਦਰ ਲੱਭ ਦੀਆਂ, ਲੋਭ ਦੀਆਂ ਲਹਿਰਾਂ ਜਿਹੜੀਆਂ ਆਉਂਦੀਆਂ ਨੇ। ਮੈਂ ਜਿਵੇਂ ਪਹਿਲਾਂ ਹੀ ਬੇਨਤੀ ਕੀਤੀ ਸੀ ਵੀ ਸੰਸਾਰ ਸਮੁੰਦੇ ਤਾਰ ਗੁੰਦੇ, ਲੋਭ ਲਹਿਰ ਅਤ ਨੀਜਰ ਬਾਜੀ। ਇਹ ਲਹਿਰ ਹੀ ਉੱਠਦੀ ਹੈ ਬੰਦੇ 'ਚ। ਤੁਸੀਂ ਦੇਖੋ ਵੀ ਕਦੇ ਕਿਤੇ ਫ੍ਰੀ ਟਾਈਮ ਮਿਲੇ, ਇੱਕ ਕਾਪੀ ਪੈਨ ਕੋਲੇ ਰੱਖ ਕੇ ਬਹਿ ਜਾਓ, 1 ਮਿੰਟ ਟਾਈਮ ਨੋਟ ਕਰ ਲਓ। 1 ਮਿੰਟ ਦੇ ਵਿੱਚ ਤੁਸੀਂ ਦੇਖੋਗੇ ਤੁਹਾਡੇ ਮਨ ਵਿੱਚ ਕਿਹੜੇ ਕਿਹੜੇ ਵਿਊਜ਼ ਆਏ ਨੇ, ਨੋਟ ਕਰਕੇ ਦੇਖੋ। ਜਦੋਂ ਬਾਅਦ 'ਚ ਦੇਖੋਗੇ ਤੁਸੀਂ ਲਿਖੋਗੇ ਵੀ ਇਸ ਮਿੰਟ ਦੇ ਵਿੱਚ ਮੈਂ ਇਹਨੂੰ ਸੋਚਿਆ, ਇੱਥੇ ਵਗ ਗਿਆ, ਇੱਥੇ ਵਗ ਗਿਆ। ਇਹ ਨਹੀਂ ਪਤਾ ਲੱਗਣਾ ਵੀ 1 ਮਿੰਟ 'ਚ ਤੁਸੀਂ ਘਰੇ ਸੀ ਤੇ 1 ਮਿੰਟ 'ਚ ਗੁਰਦੁਆਰੇ ਆ ਗਏ, ਫਿਰ ਇੰਡੀਆ ਜਾ ਕੇ ਮਨ ਚਲਾ ਗਿਆ, ਕਿਤੇ ਹੋਰ ਚਲਾ ਗਿਆ, ਕਿਤੇ ਬੜੀ ਗਿਰਾਵਟ ਚਲਾ ਗਿਆ, ਕਿਤੇ ਉੱਪਰ ਨਾਮ ਦੀਆਂ ਗੱਲਾਂ ਕਰਨ ਲੱਗ ਗਏ। ਕਿਉਂ ਹੈ? ਇਹ ਲਹਿਰਾਂ ਨੇ। ਜਿਵੇਂ ਲਹਿਰ ਕਦੇ ਵੱਡੀ ਹੋ ਗਈ, ਕਦੇ ਥੱਲੇ ਚਲੇ ਗਈ, ਕਦੇ ਕੋਈ ਆ ਗਈ, ਕਦੇ ਤੇਜ਼ ਆ ਗਈ। ਇਹ ਸਾਡੇ ਅੰਦਰ ਲਹਿਰਾਂ ਉੱਠਦੀਆਂ ਨੇ। ਇਹ ਉੱਠਣਗੀਆਂ ਜਿੰਨਾ ਚਿਰ ਮੋਹ ਕਿਹਦੇ ਨਾਲ ਹੈ? ਸੰਸਾਰ ਨਾਲ। ਜਿਸ ਦਿਨ ਸ਼ਬਦ ਨਾਲ ਜੁੜ ਗਏ ਆ, ਗੁਰੂ ਦੀ ਵਾਰਤਾ ਨਾਲ ਜੁੜ ਗਿਆ, ਫਿਰ ਇਹ ਲਹਿਰਾਂ ਮੁੱਕ ਜਾਂਦੀਆਂ ਨੇ। ਲਹਿਰਾਂ ਮੁੱਕ ਜਾਂਦੀਆਂ ਨੇ, ਫਿਰ ਜਿਹੜਾ ਜਹਾਜ਼ ਹੈ ਉਹਨੂੰ ਤਰਨਾ ਸਿੱਧਾ ਸੌਖਾ ਹੋ ਜਾਂਦਾ। ਗੁਰੂ ਬਾਬਾ ਜੀ ਕਹਿੰਦੇ ਲਬ ਲੋਭ ਲਹਿਰ ਨਿਵਾਰਣ, ਨਿਵਾਰ ਦਿੰਦਾ ਹੈ, ਮੁਕਾ ਦਿੰਦਾ ਹੈ, ਖਤਮ ਕਰ ਦਿੰਦਾ ਹੈ ਲਹਿਰਾਂ। ਤੇ ਖੇਰ ਹਰ ਨਾਮ ਰਾਸ ਮਨਨ, ਉਹਨਾਂ ਦੇ ਮਨ ਦੇ ਵਿੱਚ ਇਹ ਰਾਸ, ਇਹ ਪੂੰਜੀ ਬਣ ਜਾਂਦੀ ਹੈ। ਇਹਨਾਂ ਦੇ ਜਿਨ੍ਹਾਂ ਦੇ ਨਾਮ ਵਿੱਚ ਟਿਕ ਜਾਂਦਾ ਹੈ, ਹਿਰਦੇ 'ਚ ਨਾਮ ਵਸ ਜਾਂਦਾ ਹੈ, ਉੱਥੇ ਫਿਰ ਇਹ ਲੋਭ ਲਹਿਰ ਦੀਆਂ ਲਹਿਰਾਂ ਖਤਮ ਹੋ ਜਾਂਦੀਆਂ ਨੇ। ਫਿਰ ਲਾਸਟ ਪੰਕਤੀ ਕਹਿੰਦੇ ਮਨ ਮਾਰ ਤੂੰ ਹੀ ਨਰੰਜਨ। ਆਹ ਬੇਨਤੀ ਹੈ ਕਮਾਲ ਦੀ। ਪਰ ਗੱਲ ਤਾਂ ਬਣੇਗੀ ਨਾ ਸਾਡਾ ਮਨ ਮਰੇਗਾ, ਗੱਲ ਤਾਂ ਬਣੇਗੀ ਮਨ ਦੇ ਵਿਚਾਰ ਬਣਨਗੇ। ਤੇ ਫਿਰ ਬਾਬੇ ਨਾਨਕ ਨੇ ਹੱਥ ਜੋੜ ਕੇ ਕਹਿਤਾ ਹੇ ਨਰੰਜਨ ਜੀ, ਮਾਇਆ ਤੋਂ ਨਿਰਲੇਪ ਵਾਹਿਗੁਰੂ ਜੀ, ਮਨ ਮਾਰ ਤੂੰ ਹੀ। ਇਹ ਮੇਰੇ ਮਨ ਨੂੰ ਤੂੰ ਹੀ ਮਾਰ ਦੇ। ਮਨ ਮਾਰਨਾ, ਮਨ ਦੇ ਵਿਚਾਰ ਖਤਮ ਕਰਨਾ। ਮਨ ਹੋਰ ਕੀ ਹੈ? ਹੋਰ ਕੋਈ ਪਾਰਟਸ ਨਹੀਂ ਬੋਡੀ ਦਾ ਸਾਡੀ ਦਾ। ਸੱਚੀ ਗੱਲ ਹੈ। ਇਹ ਜੇ ਕਿੰਨੀਆਂ ਅਲਾਮਤਾਂ ਨੇ ਨਾ ਮਨ ਤੋਂ ਚਿੰਬੜੀਆਂ ਹੋਈਆਂ ਨੇ। ਹਰ ਬੰਦਾ ਕਹਿੰਦਾ ਜੀ ਟੈਨਸ਼ਨ ਟੈਨਸ਼ਨ, ਕੋਈ ਸਵਿਚ ਹੈ ਜਿਹੜਾ ਆਫ ਕਰਦੀ ਵੀ ਚਲੋ ਟੈਨਸ਼ਨ ਬੰਦ ਹੋ ਜੀ? ਨਹੀਂ ਹੁੰਦੀ ਨਾ। ਕੋਈ ਪਾਰਟਸ ਥੋੜੀ ਮਨ ਵੀ ਕੱਢ ਕੇ ਬਾਹਰ ਰੱਖਦੇ, ਬੜਾ ਅੱਜ ਮੇਰਾ ਮਨ ਬੜਾ ਦੁਖੀ ਹੈ, ਘਰੇ ਛੱਡ ਕੇ ਆਇਆ ਮੈਂ। ਨਹੀਂ ਹੁੰਦਾ ਨਾ, ਹਮੇਸ਼ਾ ਹੀ ਰਹਿਣਾ। ਇਹ ਜਦੋਂ ਗੁਰੂ ਮਹਾਰਾਜ ਕਹਿੰਦੇ ਮਨ ਮਾਰ ਤੂੰ ਹੀ ਨਿਰੰਜਨਾ, ਕਹੋ ਨਾਨਕ ਸ਼ਰਨਨ। ਹਾਂ, ਗੁਰੂ ਦੀ ਸ਼ਰਨ ਵਿੱਚ ਆ ਕੇ ਹੇ ਨਿਰੰਜਨ ਵਾਹਿਗੁਰੂ ਅਕਾਲ ਪੁਰਖ ਮਾਇਆ ਤੋਂ ਨਿਰਲੇਪ ਪਿਤਾ ਜੀ, ਮੈਂ ਤੇਰੀ ਸ਼ਰਨ ਵਿੱਚ ਆਇਆ, ਤੂੰ ਹੀ ਕਿਰਪਾ ਕਰ, ਇਹ ਮੇਰੇ ਮਨ ਦੇ ਵਿਕਾਰ ਮਾਰ ਦੇ। ਮੇਰਾ ਮਨ ਮੁੱਕ ਜਾਏਗਾ, ਮਨ ਮਰ ਜਾਏਗਾ ਤੇ ਉਹਦੀ ਸੋਭਾ ਹੋ ਜਾਏਗੀ। ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ।
ਆਹੀ ਤਕਨੀਕ ਹੈ। ਬਾਬੇ ਨਾਨਕ ਨੇ ਕੀ ਕੀਤਾ ਸੀ, ਜਿਹਦੇ ਕੋਲੇ ਗਏ ਉਹਦੇ ਮਨ ਦੇ ਫੁਰਨੇ ਮਾਰ ਦਿੱਤੇ, ਉਹਦੇ ਮਨ ਦੀਆਂ ਹੈਬਿਟਸ ਮਾਰ ਦਿੱਤੀਆਂ, ਮਨ ਦੇ ਵਿਕਾਰ ਮਾਰ ਦਿੱਤੇ। ਤੇ ਜਦੋਂ ਮਨ ਦੇ ਵਿੱਚ ਉਹਦੀ ਆਪਣੀ ਮੱਤ ਮਰ ਗਈ, ਗੁਰਮਤ ਆਪਣੇ ਆਪ ਆ ਜਾਣੀ ਹੈ। ਸਾਡੇ ਕੋਲੇ ਕੀ, ਅਸੀਂ ਆਪਦੀ ਮੱਤ ਚੱਕੀ ਫਿਰਦੇ ਆ। ਇਹ ਸਾਡੇ ਸੁਭਾਅ ਨੇ। ਸਮਾਂ ਹੋ ਗਿਆ, ਮੈਂ ਸਮਾਪਤੀ ਕਰਨੀ ਆ। ਇੱਕ ਵਾਰੀ ਮੈਂ ਕਿਸੇ ਦੇ ਘਰ ਗਿਆ ਸੀ, ਪਾਠ ਕਰਨਾ ਸੀ, ਤੇ ਉਹ ਪਰਿਵਾਰ ਵਾਲੇ ਜਦੋਂ ਸ਼ੁਰੂ ਕਰਨਾ ਸੀਗਾ ਤੇ ਉਹ ਕਹਿਣ ਲੱਗੇ ਜੀ ਨਹੀਂ ਜੀ ਬਾਬਾ ਜੀ ਇਸ ਕਮਰੇ 'ਚ ਕਰਨਾ, ਇਹ ਤਾਂ ਚੜ੍ਹਦੀ ਵੱਲ ਮੂੰਹ ਹੈ। ਮੈਂ ਕਿਹਾ ਕੌਣ ਕਹਿੰਦਾ? ਕਹਿੰਦੇ ਜੀ ਸਾਰੇ ਕਹਿੰਦੇ ਨੇ, ਸਭ ਕਹਿੰਦੇ ਨੇ। ਮੈਂ ਕਿਹਾ ਇਹ ਤੁਹਾਡੀ ਮੱਤ ਹੈ। ਮੈਂ ਜਿਹੜੀ ਗੱਲ ਕਹਿਣ ਲੱਗੀ, ਮਨ ਮੱਤ ਤੇ ਗੁਰਮਤ ਕੀ ਹੈ? ਅਸੀਂ ਆਪਦੀ ਮੱਤ ਲਈ ਫਿਰਦੇ ਨਾ। ਗੁਰੂ ਵਾਲੀ ਮੱਤ ਮਨ ਕਿਵੇਂ ਮਰੇਗਾ ਫਿਰ? ਗੁਰੂ ਕਹਿੰਦਾ ਹੈ, ਗੁਰੂ ਕੀ ਕਹਿੰਦਾ ਹੈ, ਬਸ ਉਹ ਮੰਨਣਾ, ਬਸ ਫਿਰ ਗੁਰਮਤ ਹੈ। ਮਨ ਮਤ ਅਸੀਂ ਹਰੇਕ ਗੱਲ ਤੇ ਨਹੀਂ ਐ ਹੋਣਾ ਚਾਹੀਦਾ। ਲਿਆ ਕੇ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਸਰੂਪ ਵੀ ਕਈ ਮਾਫੀ ਚਾਹਾਂਗਾ, ਕਈ ਇਸ ਤਰ੍ਹਾਂ ਮੈਚ ਆਹ ਕੰਮ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ, ਆਹ ਚੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਉਸ ਚੀਜ਼ ਤੇ ਆਪਦਾ ਟਾਈਮ। ਉਹ ਕਹੇ ਦੇਖੋ ਤੇਰੀ ਮੱਤ ਆਪਦੀ ਮੱਤ ਹੀ ਹੈ ਸਾਡੀ, ਹੋਰ ਕੀ ਹੈ। ਜਿਹੜੀ ਗੁਰਮਤ ਹੈ, ਮੇਰਾ ਗੁਰੂ ਆ ਗਿਆ ਘਰੇ, ਸਾਰੀਆਂ ਮੱਤਾਂ ਮੁੱਕ ਗਈਆਂ। ਮੇਰੀ ਬੁੱਧੀ ਕੀ ਹੈ ਗੁਰੂ ਸਾਹਮਣੇ? ਮੈਂ ਕੀ ਉਪਦੇਸ਼ ਕਰ ਸਕਦਾ ਗੁਰੂ ਸਾਹਮਣੇ ਵੀ ਆਹ ਚੀਜ਼ ਹੋਣੀ ਚਾਹੀਦੀ ਗੁਰੂ ਦੀ ਹਜ਼ੂਰੀ? ਜਦੋਂ ਗੁਰੂ ਹੀ ਆ ਗਿਆ ਮੇਰੇ ਘਰ ਦੇ ਵਿੱਚ, ਸਾਰੇ ਮੱਤ ਖਤਮ। ਘਰ ਦੇ ਜੀਆਂ ਨੂੰ ਹੱਥ ਬੰਨ ਕੇ ਕਹਿ ਦੋ ਭਾਈ, ਜਦੋਂ ਗੁਰੂ ਸਾਹਿਬ ਬੈਠੇ ਨੇ, ਆਪਣੀ ਕੀ ਜ਼ਰੂਰਤ ਹੈ ਕਿ ਅਸੀਂ ਉਹਦੇ ਸਾਹਮਣੇ ਕਹੀਏ ਇੱਥੇ ਆਹ ਕੰਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਸਾਡੀ ਕੀ ਜ਼ਰੂਰਤ ਹੈ? ਜਦੋਂ ਗੁਰੂ ਸਾਹਿਬ ਬੈਠੇ ਨੇ, ਆਪ ਜੋ ਗੁਰੂ ਦਾ ਉਪਦੇਸ਼ ਸਾਡੇ ਘਰ ਵਿੱਚ ਆ ਗਿਆ, ਸਭ ਕੁਝ ਆ ਗਿਆ। ਇਹ ਹੈ ਮਨ ਦਾ ਮਰਨਾ। ਬਾਕੀ ਵਿਚਾਰ ਸ਼ਾਮ ਦੇ ਵਕਤ। ਸਮਾਂ ਹੋ ਗਿਆ। ਸਭਨਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਭੁੱਲਾਂ ਨਾ ਚਤਾਰਨੀਆਂ ਜੀ। ਆਓ ਆਨੰਦ ਸਾਹਿਬ ਦੀ ਬਾਣੀ ਅਰਦਾਸ ਬੇਨਤੀ। ਸਭ ਪ੍ਰੇਮ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋਰੀ ਕੀਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾਰੋ ਹਰ ਨਾਲੇ। ਹਰ ਨਾਰੋ ਹੋ ਤੂੰ ਮਨ ਮੇਰੇ ਦੂ। ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਰ। ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾਰ ਹੋ ਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਹਰ ਸੁਭਾਗੇ। ਹਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਆਨੰਦ ਵਾਜੇ। ਆਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭੁ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੀ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ कोई न जाने तुमरा अंत, ऊंचे ऊंचा सगल समगरी तुमरै सूत्र तारी। तुम ते होए सो आज्ञा, तुमरी गात मित तुम ही जानी। नानक दास ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਏਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਸਹਾਇ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ।
ਅਰਜਨ ਹਰਿ ਗੋਬਿੰਦ ਨਾਮ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਰਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰਨਾ ਉਨ ਦੇ ਆਵੇ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ। ਤਿਨਾਂ ਦੀ ਨੇਕ ਤੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਾਵੈ ਚਿਤਾਵਨ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਛਿਆ ਰਿਆਇ। ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਆਪਣੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਾਤ ਉੱਚੀ ਮਤ ਪਾਦੇ ਰਾਖੇ। ਅਕਾਲ ਪੁਰਖ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ। ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਹੇ ਅਕਾਲ ਪੁਰਖ ਅੰਤਰਜਾਮੀ ਸਤਿਗੁਰ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਦਰਸ਼ਨ ਦਿਦਾਰ ਬਖਸ਼ਿਸ਼ ਕੀਤੇ। ਆਪ ਜੀ ਦਾ ਕੋਟ ਆਨ ਕੋਟ ਸ਼ੁਕਰ ਹੈ ਦਾਤਾ ਜੀ। ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਦੀਵਾਨੰਦ ਪਵਿੱਤਰ ਬਾਣੀ ਆਸਾ ਜੀ ਵਾਰ ਦੇ ਅਰਜਸ ਕੀਰਤਨ ਹੋਏ। ਉਪਰੰਤ ਸ਼ਬਦ ਵਿਚਾਰ ਹੋਈ। ਸਤਿਗੁਰੂ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੋਂ ਵਾਸਤੇ ਸਮਤ ਬਖਸ਼ਿਸ਼ ਕਰਨੀ। ਆਪ ਜੀ ਦੀ ਦਰ ਦੀ ਸੇਵਾ ਕਰਨ ਦਾ ਬਾਲ ਉਦਮ ਚਾਓ ਬਖਸ਼ਿਸ਼ ਕਰਨਾ। ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਜੀ। ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਮੂਹ ਸੰਗਤਾਂ ਨੇ ਆਪ ਜੀ ਦੇ ਚਰਨ ਪਰਸੇ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ। ਗੁਰਸਿੱਖੀ ਜੀਵਨ ਨਾਮ ਦਾਨ ਭਰੋਸਾ ਬਖਸ਼ਿਸ਼ ਕਰਨਾ। ਸਮੂਹ ਦੇ ਕਾਰਜ ਰਾਸ ਕਰਨੇ। ਪਰਿਵਾਰਾਂ ਵਿੱਚ ਸੁਖ ਸ਼ਾਂਤੀ, ਦੁੱਖਾਂ ਦਰਿਦਰਾਂ ਦਾ ਨਾਸ਼, ਸੁੱਖਾਂ ਦਾ ਪ੍ਰਗਾਸ ਕਰਨਾ। ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ। ਪਾਤਸ਼ਾਹ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ। ਆਪ ਦੀ ਰਹਿਮ ਸਦਕਾ ਚਾਰ ਪੈਰ ਰਹਿਣ ਸੁੱਖ ਨਾਲ ਬਤੀਤ ਹੋਈ। ਚਾਰ ਪੈਰ ਦਿਵਸ ਆਇਆ ਸੁੱਖਾਂ ਨਾਲ ਬਤੀਤ ਕਰਾਉਣਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਚੁਗਲੀ ਤੋਂ ਬਚਾ ਕੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਜੀਓ। ਐਸ ਸਮੇਂ ਆਪ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੇਗ ਸੱਜ ਕੇ ਹਾਜ਼ਰ ਹੋਏ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ। ਸਮੂਹ ਸੰਗਤ ਵਿੱਚ ਵਰਤੇ ਜਿਤ ਮੁਖ ਪਵੈ। ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਲਾਪ ਜੀ ਦੀ ਵਰਤੇ ਕਿਰਪਾ ਕਰੋ। ਇਲਾਹੀ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਤੇ ਦੀਵਾਨ ਦੀ ਅਰੰਭਤਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ख्वार हुए सब मिलेंगे बचे शरण जो। वाहिगुरु नाम जहाज है चढ़े सो तरे। जो शरदा कर सेव दे गुर पार उतार। बोले सोनिया काल वाह
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪਹਿਲਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਗਤ ਪ੍ਰੇਮ ਆਰਾਧਤੰ, ਸੱਚ ਪਿਆਸ ਪਰਮੰ ਹਿਤੰ। ਬਿਲ ਲਾਪ ਬਿਲਲ ਬੇਨੰਤੀਆ, ਸੁਖ ਭਾਏ ਚਿਤ ਹਿਤੰ। ਭਗਤ ਪ੍ਰੇਮ ਆਰਾਧਤੰ, ਸੱਚ ਪਿਆਸ ਪਰਮ ਹਿਤੰ। ਬਿਲ ਲਾਪ ਬਿਲਲ ਬੇਨੰਤੀਆ, ਸੁਖ ਭਾਏ ਚਿਤ ਹਿਤੰ। ਜਪ ਮਨ ਨਾਮ ਹਰਿ ਸ਼ਰਣੀ, ਸੰਸਾਰ ਸਾਗਰ ਤਾਰ ਤਾਰਣ। ਰਾਮ ਨਾਮ ਕਰ ਕਰਣੀ। ਰਹਾਉ ਏ ਮਨ ਮਿਰਤ ਸੋਭ ਚਿਤੰ, ਗੁਰ ਸ਼ਬਦ ਹਰਿ ਰਮਣੰ। ਮਤ ਤਤ ਗਿਆਨੰ, ਕਲਿਆਣ ਨਿਧਾਨੰ। ਹਰਿ ਨਾਮ ਮਨ ਰਮਣੰ। ਚਲ ਚਿਤ ਵਿਤ ਭਰਮਾ ਭਰਮੰ, ਜਗ ਮੋਹ ਮਗਨ ਹਿਤੰ। ਥਿਰ ਨਾਮ ਭਗਤ ਦ੍ਰਿੜੰ ਮਤੀ, ਗੁਰਵਾਕ ਸ਼ਬਦ ਰਤੰ। ਪਰਮਾਤ ਪਰਮ ਨਾ ਚੁਕਈ, ਜਗ ਜਨਮ ਬਿਆਦ ਖਪੰ। ਅਸਥਾਨ ਹਰਿ ਨਿਹ ਕੇਵਲੰ, ਸਤਮਤੀ ਨਾਮ ਤਪੰ। ਇਹੋ ਜਗ ਮੋਹ ਹੇਤ ਬਿਆਪਤੰ, ਦੁਖ ਅਦਕ ਜਨਮ ਮਰਣੰ। ਭਜ ਸ਼ਰਨ ਸਤਿਗੁਰ ਉਬਰੈ, ਹਰਿ ਨਾਮ ਰਿਦ ਰਮਣੰ। ਗੁਰਮਤ ਨਿਸ਼ਚਲ ਮਨ ਮਨ ਮਨੰ, ਸਹਿਜ ਵਿਚਾਰੰ। ਸੋ ਮਨ ਨਿਰਮਲ ਜਿਤ ਸਾਚ ਅੰਤਰ, ਗਿਆਨ ਰਤਨ ਸਾਰੰ। ਭੈ ਭਾਏ ਭਗਤ ਤਰ ਭਵ ਜਲ ਮਨਾ, ਚਿਤ ਲਾਏ ਹਰ ਚਰਣੀ। ਹਰਿ ਨਾਮ ਹਿਰਦੈ ਪਵਿੱਤਰ ਪਾਵਨਾ,
ਇਹ ਸਰੀਰ ਤੋ ਸ਼ਰਣੀ, ਲੱਭ ਲੋਭ ਲਹਿਰ ਨਿਵਾਰੰ, ਹਰ ਨਾਮ ਰਾਸ ਮਣੰ, ਮਨ ਮਾਰ ਤੁਹੀ ਨਿਰੰਜਨਾ, ਕਹੋ ਨਾਨਕ ਸ਼ਰਣੰ। ਲੱਭ ਲੋਭ ਲਹਿਰ ਨਿਵਾਰੰ, ਹਰ ਨਾਮ ਰਾਸ ਮਨਨ, ਮਨ ਮਾਰ ਤੁਹੀ ਨਿਰੰਜਨਾ, ਕਹੋ ਨਾਨਕ ਸ਼ਰਣੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਬੈਠੀ ਸੰਗਤ, ਘਰਾਂ ਦੇ ਵਿੱਚ ਬੈਠ ਕਰਕੇ ਜਿਨ੍ਹਾਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਵੱਡੇ ਭਾਗਾਂ ਵਾਲੇ ਜੀ